ਅੱਛਾ, ਇਹ ਕੋਈ ਫਿਰ ਮੁਰਗਾ ਘੇਰਿਆ ਕਿ ਨਹੀਂ? ਘੇਰਿਆ ਜੀ। ਅੱਛਾ, ਲੋ 6 ਮੁਰਗੇ 6-7 ਇਕੱਠੇ ਹੀ ਘੇਰੇ। ਯਾਰ ਹਜ਼ੂਰ ਜ਼ਿਆ ਭਾਈ ਸਾਡੇ ਕੱਲੇ ਢਾਏ ਤੇ ਨਹੀਂ ਚੜਦੇ 7 ਪਏ। ਹਜ਼ੂਰ ਜ਼ਿਆ ਭਾਈ ਕੱਲੇ ਤੇ 7 ਕੁੱਤੇ ਭੌਂਕਣ ਵਾਲੇ ਕਹਿ ਸਕਦੇ। ਅੱਛਾ, ਤੇ ਇੰਨਾ ਕੋ ਭੌਂਕਦੇ ਸੀ ਜ਼ਿਆ ਭਾਈ ਨੇ ਕਿਹਾ ਹੁਣ ਤੁਸੀਂ ਭੌਂਕੀ ਜਾਓ। ਅਸੀਂ ਵੀ ਇਹਨਾਂ ਤਫਰੀਹ ਲਈ ਦੀ ਏ। ਮੁਨਾਜ਼ਰੇ ਮਨੂਜ਼ਰੇ ਕਰਨਾ ਤੇ ਕਾਦੀਆਨੀਆਂ ਦੇ ਵੱਸ ਦਾ ਰੋਕ ਹੋਣੀ, ਤੇ ਉਹ ਬਹਿ ਕੇ ਨਾ ਉਹਨਾਂ ਨੂੰ ਜ਼ਲੀਲ ਕੀਤਾ, ਉਹਨਾਂ ਨੂੰ ਮੈਂ ਤਾਂ ਅੱਜ ਨਾ ਕੋਈ ਮਨਾਜ਼ਰਾ ਨਹੀਂ ਕੀਤਾ, ਜ਼ਲੀਲ ਕੀਤਾ। ਮਿਰਜ਼ੇ ਦੇ ਤਰਜਮੇ ਮਿਰਜ਼ੇ ਦਾ ਤਰਜਮਾ ਤੁਸੀਂ ਉਹ ਪੜਿਆ ਹੋਇਆ? ਲਮ ਯਾਨੀ ਸੂਰਾ ਖਲਾਸ ਵਾਲਾ ਜਿਹੜਾ ਉਹਨਾਂ ਨੇ ਕੱਢਿਆ, ਲਮ ਯੂਲਦ ਵਾਲਾ ਤਰਜਮਾ, लम यलिद वाला। लम यलिद वाला मैंने किया वा, सुनो जरा। ना इसका कोई बेटा और ना वो किसी का बाप। ਇਹਨਾਂ ਨੂੰ ਸੀਗਾ ਹੀ ਪੁੱਛ ਲਿਆ ਕਰੋ ਕਿ ਯਲਿਦ ਤੇ ਯੂਲਦ ਸੀਗਾ ਕਿਹੜਾ ਹੈ। ਕੱਖ ਨਹੀਂ ਪਤਾ ਉਸਤਾਦ ਦੇ ਮੋਤੇ ਕਿ ਉਹਨਾਂ ਦੀ ਜਾਣੇ ਬਲਾ ਸੀਗਾ ਕਹਿੰਦੇ ਕਿ ਨਹੀਂ ਸੀਗਾ ਕਹਿੰਦੇ। ਉਹ ਜ਼ਿਆ ਭਾਈ ਉਹ ਜਿਹੜਾ ਇੱਕ ਲਫ਼ਜ਼ ਸੀ ਜੇ ਤੋਂ ਮੇਰੀਆਂ ਸੱਚ ਮੱਖੀਆਂ ਟੁੱਟੀਆਂ, ਉਹ ਕਿਹੜਾ ਸੀ ਭਲਾ? ਕਹਿ ਉਹ 5-7 ਨੇ ਗਲਤ ਪੜਿਆ। ਆਹੋ, ਆਲਾ ਉਲਾ ਅਲੀ ਹੈ ਸੀ ਨਾ, ਉਲਾ ਅਲੀ ਬਿਲਕੁਲ ਏਦਾਂ ਹੀ ਪੜ੍ਹ ਰਹੇ ਸੀ। ਆਲਾ ਉਲਾ ਅਲੀ ਅਲ ਅਮਨ ਵੱਲ ਉਲਾ ਉਹਦਾ ਨਾਂ। ਆਹੋ ਪੜਦਾ ਸੀ ਆਲਾ ਉਲਾ, ਪਹਿਲੇ ਉਹਨੇ ਆਲਾ ਪੜਿਆ, ਫਿਰ ਉਲਾ ਪੜਿਆ, ਫਿਰ ਅਲੀ ਪੜਿਆ। ਸਹੀ ਹੈ। ਉਹ ਕੁਝ ਵੀ ਨਹੀਂ ਹੈ, ਬਸ ਐਵੇਂ ਧੱਕਾ ਹੀ ਲਾਇਆ ਇਹਨਾਂ ਕਾਦੀਆਨੀਆਂ ਨੇ, ਹਿਸਾਬ ਕਿਤਾਬ ਹੀ ਲਾਇਆ ਬਸ ਰੋਜ਼ੀ ਰੋਟੀ ਨੂੰ, ਕਿਉਂਕਿ ਇਹ ਪੇੜ ਨੇ, ਇਹਨਾਂ ਨੂੰ ਤਨਖਾਹਾਂ ਲੱਭਦੀਆਂ ਨੇ ਇਸ ਕੰਮ ਦੀਆਂ, ਬਸ ਧੱਕਾ ਲਾਇਆ ਨੇ, ਹੋਰ ਕੁਝ ਵੀ ਨਹੀਂ ਹੈ। ਆਂਦੀ ਜਾਂਦੀ ਕਿਸੇ ਨੂੰ ਵੀ ਖੇ ਨਹੀਂ। ਉਹ ਤਲਤ ਵੇ ਉਹ ਬੁੱਢਾ ਜਿਹਾ ਬੁੱਢਾ ਸ਼ੈਤਾਨ ਉਹ ਬਿਠਾਇਆ ਨੇ, ਉਹ ਬਸ ਉਹਦੇ ਕੋਲ ਇੱਕ ਲਫ਼ਜ਼, ਇਹਦੇ ਤੋਂ ਇਲਾਵਾ ਉਹਦੇ ਕੋਲ ਲਫ਼ਜ਼ ਹੀ ਕੋਈ ਨਹੀਂ। ਸ਼ਾਹ ਸਾਹਿਬ ਤੋਬਾ ਕਰੋ, ਸ਼ਾਹ ਸਾਹਿਬ ਅੱਲਾ ਦਾ ਨਾਮ ਮੰਨੋ, ਸ਼ਾਹ ਸਾਹਿਬ ਅੱਲਾ ਦਾ ਨਾਮ, ਖੁਦਾ ਦਾ ਖੌਫ ਕਰੋ, ਖੁਦਾ ਦਾ ਖੌਫ ਕਰੋ, ਅੱਲਾ ਦਾ ਨਾਮ ਮੰਨੋ, ਬਸ। ਉਹ ਕੋਈ ਉਹਦੇ ਕੋਲ ਇੱਕ ਸਟੋਰੀ ਹੁੰਦੀ ਹੈ ਨਾ, ਮੈਂ ਤੁਹਾਡੇ ਵਿੱਚੋਂ ਹੀ ਨਿਕਲ ਕੇ ਆਇਆ ਵਾਂ। ਮੈਂ ਬੜੀ ਤਹਿਕੀਕ ਕੀਤੀ, ਰਿਸਰਚ ਕੀਤੀ, ਤੇ ਰਿਸਰਚਾਂ ਕਰ ਕਰਕੇ ਮੈਂ ਕਾਦੀਆਨੀ ਬਣਿਆ। ਉਹ ਬਾਈ ਇੱਕ ਦਿਨ ਮੈਂ ਉਹਨੂੰ ਬਿਠਾ ਲਿਆ, ਮੈਂ ਕਿਹਾ ਤੂੰ ਦੱਸ ਤੇ ਸਹੀ ਕਿਹੜੀ ਰਿਸਰਚ ਕੀਤੀ ਸੀ ਯਾਰ? ਕੁਝ ਵੀ ਨਾ, ਕੁਝ ਵੀ ਨਹੀਂ ਪਤਾ ਨਾ। ਇਹ ਉਹ ਲੋਕ ਨੇ ਕਿ ਜਿਹੜੇ ਝੂਠ, ਬਸ ਨਾ ਝੂਠ ਗੱਪਾਂ ਮਾਰਨਗੇ। ਦੁਨੀਆ ਦਾ ਹਰ ਕਾਦੀਆਨੀ ਕਹੇਗਾ ਮੈਂ ਤੇ ਨਿਕਲ ਕੇ ਆਇਆ ਵਾਂ ਤੁਹਾਡੇ ਵਿੱਚੋਂ, ਜਦ ਕਿ ਅਸੀਂ ਅੱਜ ਤੱਕ ਨਹੀਂ ਜੇ ਹੁੰਦਾ ਕੋਈ ਵੇਖਿਆ ਕਿ ਹੋਏ ਪਹਿਲੇ ਮੁਸਲਮਾਨ ਤੇ ਬਾਅਦ ਚ ਕਾਦੀਆਨੀ ਹੋ ਗਿਆ ਹੋਏ। ਕਦੀ ਨਹੀਂ। ਅਸੀਂ ਵੀ ਐਡੇ ਵੱਡੇ ਹੋ ਗਏ ਹਾਂ, ਕਦੀ ਨਹੀਂ ਸੁਣਿਆ ਨਾ ਵੇਖਿਆ। ਹਾਂਜੀ, ਤੇ ਸਿਵਾਏ 2-4 ਉਹ ਆਂਦੇ ਨੇ ਅਲ ਸ਼ਾਜ਼ੂ ਕਲ ਮਾਦੂਮ, ਜਿਹੜਾ ਸ਼ਾਜ਼ ਹੁੰਦਾ ਹੈ ਉਹ ਮਾਦੂਮ ਹੁੰਦਾ ਹੈ। ਸੈਫੀ ਹੈਗੇ ਇੰਡੀਆ ਵਾਲੇ, ਬਸ ਇਹਨਾਂ ਤੋਂ ਇਲਾਵਾ ਮੈਂ ਤਾਂ ਨਹੀਂ ਜਾਣਦਾ। ਉਹ ਹੀ ਨਾ ਜੀ, ਸ਼ਾਜ਼ ਇੱਕਾ ਦੁੱਕਾ ਤੁਹਾਨੂੰ ਕੋਈ ਟਾਵਾਂ ਸ਼ਾਵਾਂ ਮਿਲੇਗਾ। ਉਹ ਵੀ ਉਹ ਕਿ ਜਿਹੜੇ ਵਿਚਾਰੇ ਗਰੀਬ ਸਨ, ਜਾਂ ਮਤਲਬ ਲਾਲਚ ਦੇ ਵਿੱਚ ਕਿਸੇ ਕੁੜੀ ਦੇ ਚੱਕਰ 'ਚ, ਜਾਂ ਟਿਕਟ ਦੇ ਚੱਕਰ 'ਚ, ਵੀਜ਼ੇ ਦੇ ਚੱਕਰ 'ਚ, ਬਸ ਇੰਜੀ ਬਸ ਵੇ ਹਿਸਾਬ ਤਾਂ, ਹੋਰ ਕੋਈ ਹਿਸਾਬ ਤਾਂ। ਪਰ ਜੀ ਜਿਹੜਾ ਸ਼ਾਹ ਸੈਫੀ ਆ ਨਾ, ਇਹਦਾ ਆਜ਼ਮ ਦਾ ਭਰਾ ਛੋਟਾ, ਮੈਨੂੰ ਲੱਗਦਾ ਵਾ, ਮੈਨੂੰ 80% ਡਾਊਟ ਹੈਗਾ ਕਿ ਉਹ ਮੁਸਲਮਾਨ ਹੋ ਗਿਆ ਵਾਪਸ। ਅੱਛਾ, ਸ਼ਾਹ ਆਜ਼ਮ ਸੈਫੀ ਦਾ ਭਰਾ?
ਆਜ਼ਮ ਸਾਹਿਬ ਦਾ ਨਿੱਕਾ ਭਰਾ। ਆਓ ਤੇ ਕਦੀ ਨਜ਼ਰ ਨਹੀਂ ਆਇਆ ਤੇ ਲੱਗ ਰਿਹਾ ਉਹਦੀ ਸਰ ਜੀ ਹਾਂਜੀ ਰੀਜ਼ਨ ਇਹੀ ਹੈਗਾ ਕਿ ਜਦੋਂ ਦਾ ਉਹ ਗਾਇਬ ਹੋਇਆ ਨਾ ਤੇ ਮੈਂ ਬੜੀ ਵਾਰੀ ਆਜ਼ਮ ਸੈਫੀ ਨੂੰ ਪੁੱਛਿਆ, ਮੈਨੂੰ ਜਵਾਬ ਨਹੀਂ ਸੀ ਦਿੰਦਾ। ਮੈਂ ਪੁੱਛਦਾ ਸੀ ਵੀ ਕਿੱਥੇ ਹੈਗਾ ਵਾ, ਕਦੀ ਗੱਲ ਨਹੀਂ ਹੋਈ, ਕੋਈ ਨੰਬਰ ਉਹਦਾ ਦੇ ਦੇ। ਅੱਗੇ ਮੇਰਾ ਨੰਬਰ ਹੁੰਦਾ ਸੀ, ਉਹ ਨੰਬਰ ਉਹਦਾ ਬੰਦ ਆ। ਹਾਂ ਇਹ ਮੈਨੂੰ ਨਹੀਂ ਸੀ ਦਿੰਦਾ। ਫਿਰ ਇੱਕ ਦਿਨ ਮੈਨੂੰ ਲਾਈਵ ਪੁੱਛ ਲਿਆ ਅੱਛਾ ਤੇ ਜਦੋਂ ਲਾਈਵ ਪੁੱਛਿਆ ਨਾ ਤੇ ਬੜਾ ਇਹਦਾ ਨਾ ਆਵਾਜ਼ ਤੋਂ ਲੱਗਿਆ ਕਿ ਘਬਰਾ ਨਹੀਂ ਜਾਂਦਾ ਜਿੱਦਾਂ ਬੰਦਾ, ਹਾਂ ਤੇ ਘਬਰਾ ਕੇ ਤੇ ਇਹਨੇ ਨਾ ਜਵਾਬ ਦਿੱਤਾ ਕਿ ਜੀ ਉਹਦੀ ਫੀਲਡ ਵੱਧ ਗਈ ਆ, ਜੌਬ ਦਾ ਏਰੀਆ ਵੱਧ ਗਿਆ ਤੇ ਟਾਈਮ ਨਹੀਂ ਹੁੰਦਾ ਉਹਦੇ ਕੋਲ। ਅੱਛਾ ਇਹ ਜਵਾਬ ਉਹਦਾ ਦੱਸ। ਜਿੰਨਾ ਮਰਜ਼ੀ ਟਾਈਮ ਨਾ ਹੋਵੇ, ਸਾਡੀ ਮਰਜ਼ੀ ਹੋਏ ਤੇ ਉਹ ਡਿਬੇਟ ਵੀ ਕਰਨ ਜਾਣਦਾ ਹੋਏ ਤਾਂ ਮੂੰਹ ਨਾ ਮਾਰੇ ਆ ਗਿਆ ਨਹੀਂ ਹੋ ਸਕਦਾ। ਹੋ ਨਹੀਂ ਸਕਦਾ, ਬਿਲਕੁਲ ਠੀਕ ਹੈ। ਇੱਥੋਂ ਮੈਨੂੰ ਸ਼ੱਕ ਪੈਂਦਾ ਵਾਪਸ ਮੁਸਲਮਾਨ ਹੋ ਗਿਆ ਨਾ ਤੇ ਵਾਪਸ ਪਾਉਂਦੇ ਫਿਰਦੇ। ਆਓ ਯਾਰ ਕੋਈ ਕਾਦੀਆਨੀ ਆਓ ਯਾਰ, ਕੋਈ ਗੱਲਬਾਤ ਕਰੀਏ। ਕੋਈ ਮਰਜ਼ਈ ਆ ਜਾਏ ਯਾਰ, ਇੰਜੀਨੀਅਰ ਸਾਹਿਬ ਦਾ ਕੋਈ ਸਟੂਡੈਂਟ, ਕੋਈ ਗੱਲਬਾਤ ਤੇ ਕਰੀਏ ਯਾਰ, ਵਿਹਲੇ ਬੈਠੇ ਆ। ਕੋਈ ਤਬਲੀਗ ਵਗੈਰਾ ਕਰੋ ਕੋਈ। ਜੀ ਕੁਝ ਵੀ ਨਹੀਂ ਹੈ ਯਾਰ, ਟੈਨਸ਼ਨ 'ਚ ਹੀ ਰਹਿੰਦੇ ਆ ਅਸੀਂ। ਆਹੋ ਯਕੀਨ ਮੰਨ, ਬੰਦਾ ਨਹੀਂ ਲੱਭਦਾ। ਹੁਣ ਇਹ ਵੇਖੋ, ਇਹ ਤਾਹਿਰ ਖਾਨ ਦਾ ਨਾਲ ਹੋਈ ਸੀ ਡਿਬੇਟ ਤੇ ਸਕਾਈਪ ਦੇ ਉੱਤੇ, ਬੜੀ ਪੁਰਾਣੀ ਨਾ। ਇਹ ਸੁਣੋ ਜ਼ਰਾ, ਇਹ ਵੇ ਮੇਰੇ ਕੋਲ ਜਿਹੜੀ ਡੇਟ ਹੈ 2010 ਦੀ ਡੇਟ ਹੈ। ਇਹ जो स्काइप पे डिबेट करते होंगे सर। क्या हाल है आपका? आप तो वो अपने ही रजा साहब लग रहे हैं, मेरा ख्याल है। जी जी आपने आईडी बदल दिया, क्या हुआ है? नहीं नहीं, वो नाम जो है वो हमने अपनी तंजीम का रखा है KNF। अच्छा, खत्म नबूवत फोर्स है, ठीक है ठीक है। जी कैसी तबीयत है आपकी? वालदा साहबा का क्या हाल है? अल्लाह का बड़ा फजल, बड़ा एहसान, मेरे नबी पाक की खुशूसी नजर है। आपको मैंने वो नुस्खा बताया था, वो शहद वाला। जी जी, वो तो नुस्खे से पहले ही जो है ना, वो अल्हम्दुलिल्लाह वो हमने अल्लाह ताला से दुआ की खत्म नबूवत के काम के हवाले से, तो अल्लाह ताला ने जो है ना उनको शिफा दे दी है। जी जी जी, तो वो हमें नुस्खा इस्तेमाल करने की जरूरत नहीं पेश आई। नहीं, वो नुस्खा तो मेरा नहीं है, वो तो कुरान में है ना कि हम वही करते हैं। फिर उसमें यह कि मुख्तलिफुल अलवानुहा फीहा शफाइल लिन्नास, इसमें लोगों के लिए शफा है। मुझे बहुत फायदा हुआ है। जी जी, ऐसा ही है। मुझे अल्हम्दुलिल्लाह जो है ना वो खत्म नबूवत के काम की बरकत का ही बड़ा फायदा हो गया है कि मेरे बड़े काम जो है ना वो हो जाते हैं। अच्छा, वो अभी आपने देखा था कि मुझे आपका मुनाजरे का ये जो है मैं अक्सर में आपकी असल में मुनाजरा कबूल है। जी चलो, मुझे भी कबूल है। वो ये है कि मैं अभी आप ही के आदमी गालबन वो है कोई थे, उनसे मैं बात कर रहा था, लेकिन चूंकि मेरा अब सोने का टाइम हो गया है तो इंशाल्लाह आपसे फिर मैं। अच्छा ये बताएं, सच्चा अहमदी से आपकी बात हुई है? जी, सच्चा अहमदी से बड़ी बात हुई है। गालबन हसन उनके नाम? ओ हसन जिया, अच्छा अच्छा जी जी, हसन जिया साहब। अच्छा, हसन जिया है और कोई दूसरा भाई है उसका, मेरा ख्याल है वो। ठीक है ठीक है। देखिए बात यह है, उनके भाई है। हाँ जी, मोहसिन जिया। देखिए बात यह है कि हमारा जो मुबाइला है ना, वो आप इंडिविजुअल से नहीं है। जी जी, हमारा मुबाइला है पूरे पाकिस्तान से, ठीक है ना? जी जी। अच्छा, मैं आपको बताता चलूं कि ये 2010 की ये डिबेट है, स्काइप के ऊपर ये डिबेट हो रही है। इनका एक कादियानी मुरब्बी है ताहिर खान, उसके साथ हो रही है। और ये जो नाम ले रहा है सच्चा अहमदी, एक आईडी होती थी फेसबुक के ऊपर। ये असल में दो भाई थे, आहसन जिया, मोहसन जिया। तो एक भाई एक मुल्क में बैठा था और एक दूसरे मुल्क में, और ये 24 घंटे इस सच्चा अहमदी नाम की आईडी को ये एक्टिव रखते थे। जब एक भाई सो जाता था तो दूसरा भाई दूसरे मुल्क में इसको ऑन कर लेता था। इन्होंने ये टाइम डिवाइड किया हुआ था, 24 घंटे की बुनियाद के ऊपर ये आईडी ऑन रहती थी।
اور ان دونوں بھائیوں کے بارے میں بھی آج کل خبر آ رہی ہے کہ یہ ملحد ہو چکی ہیں, ایتھیسٹ دیریے ہو چکی ہیں. اچھا میں آپ کو چھوٹی سی میری میں چونکہ 5 منٹ ہے میرے پاس, 7 بجے میں جاؤں گا. وہ یہ ہے کہ 1974 میں اسلامک کانفرنس ہوئی. اس بابے کا صرف ایک ہی کام ہے جی جناب, بس کہانیاں سنانی. 1974 میں ایسے ہوا, 75 میں ایسے ہوا, 76 میں ایسے ہوا. میں نے اتنے مسلمانوں کو قادیانی کر لیا, اتنی میں نے بیعتیں کی. بس یہ کہانیاں اب سننی شروع کریں. میں اب سعودی یہی عربیہ تو پرابلم ہے ہمارے ساتھ کہ جب بھی آپ بات کرتے ہیں نا تو وہ پھر کوئی جو ہے نا آپ 1974 یا 1874 کی بات کوئی شروع کر لیتے ہیں تو بات بیچ میں رہ جاتی ہے. کسی تو پھر آپ سال مقرر کریں نا, آپ یہ سال مقرر کریں کہ سن 50 سے یا 74 سے پہلے کوئی بات نہیں کریں گے, تو پھر ہم اسلام کو بھی ختم کر دیں گے. ہم کہیں گے جی اسلام کو 1400 سال ہو گئے, تو ہم کوئی نیا دین بنا لیتے ہیں. آپ کا بات نہیں کرتے ہم جو ہے نا, دیکھیں ہزاروں موضوعات ہیں خان صاحب آپ کے سامنے ہی ہیں, تو آپ ان موضوعات کو پر ہم سے جو ہے نا ڈسکس کریں تاکہ کوئی ایک چیز سامنے آئے. میں کہتا ہوں کوئی پڑھا لکھا مربی صاحب ہوں, ہمیں بھی کچھ سیکھنے کو ملے اور ان کو بھی کچھ سیکھنے کو ملے. اگر ہم میں کوئی غلطی ہے تو ہماری غلطی دور ہو جائے, اگر آپ میں کوئی غلطی ہے تو وہ دور ہو جائے. تو ہم تو یہ چاہ رہے ہیں. تو کسی آپ دیکھیں اگر تو آپ نے اصل میں بات کی, دیکھیں لکھا پڑھا تو مربی کوئی بھی نہیں ہوتا, ان پڑھ ہوتے ہیں سارے, احمدی سارے ان پڑھ ہوتے ہیں. لکھے پڑھے تو مسلمان ہے, کافر کیسے لکھا پڑھا ہو سکتا ہے؟ کافر اگر قرآن بھی پڑھے ہماری طرح, اب میرے خاندان میں بڑے حافظ قرآن ہیں. جماعت احمدیہ میں پر کیپیٹا سب سے زیادہ حافظ قرآن ہے. ہمارے مدرسہ حفظ ہے, اس کو تو آپ لکھا پڑھا مانیں گے نہیں نا. آپ یہ کہیں گے کہ جی کافر نے قرآن سیکھ لیا. آپ نے مباہلے کی بات کی, مباحثے کی. میں نے آپ کو کہا کہ ہم نے مباہلے میں نام لیے, فیصل کا لیا, ذوالفقار علی بھٹو کا لیا, شیرپاؤ کا لیا, نصر من اللہ کا لیا, سارے تاج محمد خان کا مصر, جو لوگ اس میں انوالو تھے. اور بھٹو صاحب کو پھانسی ہو گئی, پورا خاندان ہو گیا, وہ مارا گیا, فیصل مارا گیا, شیرپاؤ بم سے اڑا, نصر من اللہ مارا گیا. تو مباہلہ کب تک ہمارا آپ کے ساتھ چلے گا؟ دوسرا یہ ہے کہ رسول اللہ صلی اللہ علیہ وسلم نے فرمایا تھا, شاید آپ کو نے کہا کہ جی مباہلہ ہے ان کے ساتھ, مخالفین کے ساتھ, کہ ان میں انتشار پڑے گا. اب آپ دیکھیں کہ کتنا انتشار ہے, مرڈر آپ دوسرے کے کر رہے ہیں, گرے کاٹ رہے ہیں, عیسائیوں کو آپ اس میں جلا رہے ہیں. یہ آپ کے معاشرے کا تو امن ہی اٹھ چکا ہے. تو آپ کس قسم کی بات کرنا چاہتے ہیں؟ چلے بات ہم آپ تو کی یہ بات کرنا چاہ رہے ہیں. آپ اس طرح تو آتے نہیں ہیں. آپ کا کوئی ایک مربی یا کوئی ایک احمدی آپ کا کوئی ایک ایسا مجھے ابھی تک نہیں ملا کہ جو مجھے جو ہے نا چند سوالوں کے جوابات ہی دے سکے. اب یہ دیکھیں نا کہ مرزا صاحب کی ذات اور مرزا صاحب کی شخصیت ایک دنیا کے لیے معمہ بنی ہوئی ہے. تو آپ کم از کم ایک شخصیت کو تو ایکسپلین کریں نا کہ وہ کون سی شخصیت ہے, کون ذات کیا ہے مرزا صاحب کی ذات, آخر وہ کیا تھے, ہمیں پتہ بھی تو چلے نا. دیکھیں آپ پوری ایک کمیونٹی ہے, تو آپ جو ہے نا ان کو کم از کم سامنے تو لے کے ہے نا جی. جی کیا خیال ہے؟ دیکھیں بات یہ ہے کہ آپ کو, مجھے حیرانی اس بات پہ ہو رہی ہے کہ 127 سال ان کے دعوے کو ہو گئے, اور آپ ابھی تک یہ سمجھ رہے ہیں, کہ معمہ آپ کو سامنے حل نہیں ہوا. انہوں نے معمول من اللہ ہونے کا دعویٰ کیا. جی انہوں نے دعویٰ کر دیا. ایک بندہ دعویٰ کرنے سے تو سامنے نہیں ہے نا, دعویٰ تو میں بھی کر دوں, دعویٰ کرنے آپ کریں سے جو ہے نا نہیں, آپ خدا کی طرف سے نبی ہونے کا دعویٰ کر دیں, ہاں جی معمور ہونے کا دعویٰ کر دیں, ٹھیک ہے نا. مان لے آئیں گے. اور اسلام ابھی کیا حال ہے؟ سب دوست خاموشی سے سنیں گے. خان صاحب آپ ایڈ کر لیں جس کو کرنا ہے, لیکن بات ابھی آپ فقط مجھ سے کریں, بقایا دوست جو ہے خاموشی سے سنیں. نہیں, وہ تو میرا ٹائم ہوتا ہے 7 بجے سب کے ساتھ. اب 7 بجے 2-3 آدمی اور بھی آ جائیں گے. دیکھیں بات سنیں, بات ہے نا کہ آپ جب بھی آپ سے بات ہوتی ہے تو وہ بھائی آپ کہہ دیتے ہیں میرا ٹائم جانے کا ہو گیا ہے,
اور آپ نے ابھی خود نہیں، یہ ایکسپٹ کیا ہے کہ بات مجھے سنیں۔ آپ کی بات آپ کا دعوت مناظرہ قبول ہے، لیکن آپ خود جو ہے نا میدان چھوڑ کے بھاگ جاتے ہیں۔ نہیں، آپ سے تو آپ یاد ہے کہ آپ نے مجھ سے بات کی تھی، وہ کیسٹس کہاں پہ گئی جب آپ نے کہا کہ نبی جھوٹ بولتا ہے، میں نے آپ کو ساری باتیں بتا دی، وہ کیسٹیں موجود ہوں گی، ان کو لگائیں، مجھے دیں، میرے پاس تو نہیں ہے وہ۔ کون سی وہ پھر نبی آپ کی جھوٹ پیشن نبی آپ جھوٹ سے بات ہوئی تھی، دیکھیں نا، دیکھیں آپ پہلے اس کو آپ نے کہا کہ نبی بولتا ہے، ہاں نبی جھوٹ بولتا ہے؟ خان صاحب لعنت اللہ آپ علی نے الکاذبین۔ نہ میں نے کب نہ کہہ دیا کہ آپ نے نبی جھوٹ مجھے بولتا ہے؟ آپ نے مسیح اسلام کے بارے میں کہا تھا، آپ بھول گئے سلطان صاحب، آپ بول دیں کہ نہیں؟ مرزا صاحب کے بارے میں؟ ہاں آپ ہاں تو مرزا صاحب تو وہ جھوٹ ہاں وہ آپ نے کہا تھا، تو میں نے آپ کو یہ کہا تھا، میں نے آپ کو جواب یہ دیا تھا۔ سلطان صاحب آپ ہیں کہ نہیں؟ جی میں سن رہا ہوں۔ آپ جو ہے نا خان صاحب میں نے اچھا میں نے آپ کو یہ بات کی تھی، میں نے آپ کو یہ بات کی تھی، جواب یہ دیا تھا کہ آپ کے نزدیک تو رسول اللہ صلی اللہ علیہ وسلم تو دعوے میں سچے تھے نا، الحمدللہ۔ تو ابو جہل کو کفار مکہ کو سمجھ کیوں نہیں آئی؟ وہ چھوڑے، جو آپ کو بات کہی تھی مرزا صاحب کہتے ہیں کہ قرآن کے اندر لکھا ہوا ہے کہ عیسیٰ کی قبر کشمیر کے اندر ہے، ٹھیک ہے جی۔ حدیثوں میں کئی احادیث صحیحہ میں بھی آیا ہے کہ عیسیٰ کی قبر کشمیر میں ہے۔ اب میں نے آپ سے یہ کوشچن کیا تھا، مجھے ثابت کر دے کہاں لکھا ہے۔ اب یہ کہ سوال جناب جواب سب دیتے رہے ہیں۔ دیکھیں بات یہ ہے، میں آپ سے کاؤنٹر سوال کرتا ہوں، مرزا صاحب کی شخصیت پہ تو بعد میں بات ہوگی، آپ ٹھیک ہے نا؟ شخصیت میری بات سنیں، میری بات پہ بات کر رہا ہوں، اب اس پر بات کریں آپ مجھے۔ کیا مجھے بتائیں کہ کدھر قرآن کی کون سی آیت یا حدیث ہے جہاں لکھا ہے کہ عیسیٰ کی قبر کشمیر میں ہے؟ اب وہ پوری وہ میرے پاس ہو تو میں آپ کو ایک بات آپ کرتا نے ہوں، مرزا صاحب کی کتابیں نہیں پڑھی؟ آپ نے مرزا صاحب کی کتابیں نہیں پڑھی؟ میں نے پڑھی ہیں تو آپ کو دیکھیں بات سنیں، انہوں نے بات کی ہوگی، میں یہ نہیں کہتا، جی بات یہ ہے کہ رسول اللہ صلی اللہ علیہ وسلم نے فرمایا، حدیث ہے جی۔ سلطان صاحب آپ کریں گے بات یا آپ کریں؟ آپ پہلے کریں گے جب تو پھر سلطان صاحب کو بھی ہم بیچ میں انوالو کر لیں۔ نہیں وہ آپ ذرا ایک چیز میں ذرا سے پوچھنا چاہوں گا، جو وہ آپ بات سلطان کر رہے صاحب خاموش رہے، آپ نہیں بولے۔ نہیں آپ کی بات یہ ہے، آپ سے بات ہے شوق پورا کر دیتا ہوں، آپ ذرا نہیں ان کو بھی بات کرنے دیکھیں بات سنیں، آپ سے میری 10 دفعہ بات ہو چکی ہے، ایک دفعہ بھی بات نہیں ہوئی۔ آپ میں آپ سے ایک سوال کرتا ہوں، دیکھیں بات سنیں، تاریخی ہسٹری کی بات 1974 میں میں نے یہ کر دیا تھا، 1852 میں میں پیدا ہوا تھا، تو اس طرح کی آپ نا تاریخ کی باتیں شروع کر دیتے ہیں، تو آپ موضوع پہ رہتے ہی نہیں ہے۔ نہیں موضوع تو یہ ہے نا کہ قرآن میں یا حدیث میں کہاں لکھا ہوا ہے کہ عیسیٰ کی قبر کشمیر میں ہے، بس یہ موضوع ہے، اس کو ثابت کر دیں۔ یہ مرزا صاحب کا ہے موضوع اس وقت ہوگا جب میوچولی ایگریڈ ہوگا۔ آپ کا آدمی ایک آتا ہے، وہ کہتے جی یہ میرا موضوع ہے، یہ مرزا صاحب نے یہ لکھا، یہ غلطی کی ہے، یہ کی ہے، میں نے انہیں کہا کہ موضوع میوچولی ایگریڈ ہوگا۔ مرزا صاحب سے پہلے بھی کسی نے باتیں اس طرح کی ہے نا، رسول اللہ صلی اللہ علیہ وسلم کی حدیث ہے کہ ہر نبی نے دجال کے فتنے سے ڈرایا ہے، ٹھیک ہے نا؟ جب انہوں نے یہ بات کی اور یہ میری بات سنیں نا، دیکھیں بات سنیں، عیسیٰ کی قبر کشمیر میں ہے، قرآن میں ہے کہ نہیں؟ عیسیٰ کی دیکھیں بات سنیں، عیسیٰ کی قبر جو کشمیر میں ہے اس پہ تو 100 اور رائٹرز نے بھی لکھا ہے، آپ کے مسلم ڈاکٹر حسین نے لکھا ہے۔ ہم نے بات جو ہے نا، ہمارا جو شخصیت ہے مرزا صاحب ہے، ہمارے وہ جن کے آپ 100 رائٹر کی بات کریں، انہوں نے نبوت کے دعوے نہیں کیے، مرزا صاحب نے لکھا ہے، تو ہر ایک بات ٹھنڈی ہے، اس کو آپ ثابت کریں۔ دیکھیں بات سنیں، میں نے آپ سے ایک سوال یہ کیا ہے کہ رسول اللہ صلی اللہ علیہ وسلم نے فرمایا تھا کہ ہر نبی نے دجال کے فتنے سے ڈرایا ہے، پہلے اس آدمی کی بات کی سچائی کو قبول ہونا، دوسرا یہ ہے، یہ تو ایک اعتراض آپ نے اٹھایا ہے جی، آپ نبی پاک نے فرمایا، جو فرمایا اس کو سائڈ پہ بھی رہنے دیں، بس صرف یہ مجھے مرزا صاحب کی بات کہاں تک درست ہے؟ بات سنیں، بات یہ ہے کہ مرزا صاحب کی شخصیت تو بعد میں آتی ہے۔ کیوں مرزا صاحب کی شخصیت بعد میں آتی ہے؟ آپ احمدی ہیں، آپ مرزا صاحب کے امتی ہیں، آپ کم از کم کوئی ایک لج تو رکھے نا ان کے قول کی۔ آپ جو ہے نا، آپ مناظرات کر رہے ہیں، آپ لوگوں کو کیا پتا کہ مناظرے کرتے ہیں؟
बात सुने। आपने इतने लोगों को जो है ना अहमदी बनाया है और इतने लोगों को आपने बैत करवाई है, तो क्या करवा के करवाई है? आप मुझे समझाएं तो सही ना। आप मुझे तो समझा नहीं सकते लोगों को। आप ये समझे ना, देखिए मैं आपसे एक सवाल करता हूँ। जी सवाल आप पहले मेरे सवाल का जवाब तो दें, सवाल बाद में करना है। मैं आपके सवाल का जवाब नहीं दूंगा, मेरी बात सुने। देखिए मैं बात सुने, वो ये है कि रसूलुल्लाह साहब ने फरमाया कि हर नबी ने दज्जाल के फितने से डराया है। अब आप मुझे जब बताना शुरू करेंगे तो 1,24,000 नबी हैं, आप सबके मुझे देंगे ना, लेकिन मैं सबका नहीं, सिर्फ 10 का आप बता दें। जी मैं क्यों बताऊं? आप सवाल पे सवाल कर रहे हैं और पहले नंबर पे वो हदीस ही मुझे नहीं पता कौन सी आपने हदीस है, वो हदीस का रेफरेंस दे, उसमें बाद में बात करेंगे। पहले जो है ना आप मुझे सिर्फ ये बता दें, पहली देखिए इससे पहले भी गुफ्तगू इसी मौजू पे हुई थी, तो आपने खलते मबहस करके बात कहीं और ले गए थे। आप मुझे बात को एक्सप्लेन कर दें कि मिर्जा साहब ने कहा है कुरान और हदीस के अंदर आया है और कई अहादीस के सहीहा के अंदर आया है कि ईसा की कब्र कश्मीर में है। वो मुझे एक हदीस, एक सही हदीस और एक कुरान की आयत दे दें बस। देखिए आप कहते हैं मेरे पास तो इस वक्त हदीस की किताब सारी मौजूद नहीं है कि मैं सब वो रेफरेंसेस निकालूं। नहीं आपने अपनी हदीस बोली है, वो मुझे आप रेफरेंस देंगे, लेकिन बाद में वो जब बात शुरू होगी तो मैं आपसे रेफरेंस भी लूंगा पूरे मतन के साथ और बाप और फसल के साथ, और फिर उसके सनद के ऊपर गुफ्तगू करूंगा, वो बाद के मामले हैं। अभी सिर्फ मिर्जा साहब की इस इबारत को आप तशरीह कर दें, अगर आपको आती है तो ठीक, नहीं तो फिर सुल्तान साहब को हम टच कर लेते हैं। नहीं सुल्तान साहब से कर ले बात, मैं आपको बताता हूँ। फिर थक गए हैं ना आपके पास। आप मुझे 1,24,000 यहाँ के नाम देंगे, उनकी किताबों के नाम। आप मुझे सिर्फ ये बात बता दें। बताएं, अभी बताएं। देखिए एतराज, अगर देखे बात यह है जी, एतराज ये है, अगर आप एतराज सुल्तान साहब अपना माइक बंद करिएगा। मेरी बात सुने, एक मिनट, ये ना उनका माइक चल रहा है तो आवाज रिपीट हो रही है, ये अपना माइक बंद कर ले, म्यूट कर ले, तो वो फिर आवाज गूंजेगी नहीं। चले जी खान साहब आप बोल रहे। हाँ जी, वो ये है कि आप कहते हैं सुल्तान साहब बात कर ले, चले आप कहते हैं ना उनको बात करने चले, मैं तो चले जी शुक्र है। अब ये तो बात क्लियर हो गई कि अल्हम्दुलिल्लाह आपके पास इसका कोई जवाब नहीं है कि मिर्जा साहब ने लिखा है। आपके पास भी कोई जवाब नहीं, मैंने आपसे सवाल किया कि आजम ने कहा नहीं, मैं आपसे देखे सवाल का तरीकेकार ये होता है, तरीकेकार बात का ये होता है कि जब आप इख्तिराज करते हैं ना तो मैं आपको छोटा सा सवाल करता हूँ। एक देखे ना, अब आपकी जीत हो गई है ना मेरे से जी, अल्हम्दुलिल्लाह ठीक है ना, मेरी बात जीती है ना, नहीं मेरी बात सुने ना, आपकी जीत हो गई है। अगर मैं ये कहूँ कि ये जीत मेरी हुई है तो झूठ होगा ना, आप बात करें अगली। नहीं, आप यही है ना, अगर मैं ऐलान कर दूं कि भाई ये जीत उनकी हुई है रजा साहब की, और ऐलान मैं कहूं कि नहीं ये जीत मेरी हुई है या मैंने जीत करवाई है, तो झूठ होगा ना। अभी खान साहब फिर देखिएगा, मुझे सिर्फ ये बता दें, 2 और 2 4 करके आप समझदार आदमी हैं और मुझसे उम्र में भी काफी बड़े हैं, आप मोदबाना तरीके से बता दें कि मिर्जा साहब ने लिखा है कि कुरान के अंदर और हदीस के अंदर भी आया है कि ईसा की कब्र कश्मीर में है, वो कहाँ पे लिखा है? बस बात खत्म हो जाए। मैं आपसे सवाल कर रहा हूँ कि रसूलुल्लाह साहब ने फरमाया कि हर नबी ने कहा, आप 10 नबियों के बता दें। मैं तो सवाल पे सवाल कर रहे हैं, ये बहस का तरीका नहीं होता, ये बहस का तरीका नहीं होता कि सवाल पे सवाल कर दिया जाए। एक पहली बात जो है ना क्लियर हो जाए, उसके बाद दूसरा आप करें, मैं इंशाल्लाह आपका सवाल का जवाब भी दूंगा अगर मुझे पता हुआ, नहीं तो मैं इनकार कर दूंगा नहीं मुझे पता। पहले नंबर पे वो हदीस नहीं, मेरे पास वो हदीस नहीं है, मैं उसको देखूंगा पढ़ूंगा, फिर आपके का सवाल का जवाब भी दूंगा। आप कैसे बताएंगे जब आपको 30 से ज्यादा अंबिया का पता नहीं है? रसूलुल्लाह साहब ने सवाल बनता ही नहीं है, सवाल चना जवाब बनता नहीं है। ईसा की कब्र के साथ क्या है? इस सवाल का ईसा की कब्र के साथ क्या है? देखे ना ईसा की कब्र के साथ देखे नबी बात करे, हदीस में बात है, हदीस में निकाल के आपको दिखा ना, अपना मौका बताए कि भाई ठीक है। मैं आपसे एक और सवाल करता हूँ, देखे बात सुने, रसूलुल्लाह साहब ने फरमाया था ना कि हम यमामा की तरफ हिजरत करेंगे, और फिर नहीं सवाल पे सवाल आपकी कैफियत, मैं आपकी बात कर रहा हूँ। आप लोग एक बात पे टिकते ही नहीं है, ये क्या नहीं, आपको जो है ना जामिया अहमदिया में ये चीज तलीम दी जाती है, ये
मैं तो इंजीनियर हूँ, सिविल इंजीनियर हूँ। वो तो सारे सिविल इंजीनियर ही होते हैं, लेकिन आप मुझे कम से कम आप जमात अहमदिया की नुमाइंदगी कर रहे हैं और सोशल मीडिया पे आपका बड़ा नाम है ताहिर खान साहब, और जगह जगह आपके वो कादियानी मुनाजरा पे भी आपके बड़े कमेंट्स होते हैं और बड़े बड़े आप इतराज़ात करते हैं, और अभी आपने मेरी जो है ना दावत मुनाजरा भी कबूल की है, और आपका मुनाजरे का तरीक ये है, आप खुद अंदाजा कर लें कि मनाजरा आपके साथ नहीं पूरी कौम के साथ है, आपको बताया। भाई आपके कमेंट अभी सेफ है, कोई दूर नहीं है, कमेंट सेफ है, और आपने जो है ना अभी जो है ना वो मुझे ये इसकी ये देखे पोस्ट भी तैयार हो रही है, रिकॉर्डिंग साथ हो रही है, और अभी आपने कहा कि अस्सलाम वालेकुम क्या हाल है आपका, इंशाल्लाह और इंशाल्लाह बात होगी, आपकी दावत मुनाजरा मुझे कबूल है, ठीक है जी। नहीं मुझे तो ये इल्म था कि आप कोई नए आपको इल्म था कि ये कोई और है, ये नहीं था आपको पता कि ये वही सच्ची बात ही है, मुबशर शाह है ना, वो ये है आपने पहले रेजेगम बताया, फिर रजा बताया, फिर कोई और बताया, आपने तो 5 आईडी बदली है जी। मेरा नाम रजा मुबशर रजा मेरा नाम है। ये भी नहीं पता आपका नाम भी है कि नहीं? वो मेरे नाम को छोड़े, मेरा नाम क्या है? मेरे सवाल को छोड़े, आप मिर्जा साहब की वो मुझे कब्र साबित करे कुरान में या हदीस में। आप साबित ये करें कि रसूलुल्लाह सल्लल्लाहु अलैहि वसल्लम ने फरमाया था कि हमारी हिजरत होगी यमामा की तरफ नहीं हो, ये आपका तीसरा सवाल है, और कर ले, कोई चौथा कर ले। हाँ नहीं मैंने आपको और कर ले आप, यही तो आपका मसला है, आप वो मिर्जा साहब ने जो फरमाया है उसकी एक बात को आप साबित नहीं कर सकते। हमारा मैंने देखे मेरा दावा मिर्जा साहब झूठे हैं, मेरा काम नहीं है उसको साबित करना। दावा आपने पहले सुना, साबित इसलिए नहीं करना है दावा को कज़ाब कहते हैं, उस पर मैंने एक दलील दी है, अब उस दलील आपका काम है उस दलील को रद्द करना, ठीक है जी, और जो है ना उसका पूरा दिफा करना, तो आप वो कर ही नहीं रहे। देखिए सवाल कायम कर रहे हैं आप। नहीं देखिए, आपसे मेरी पहली बात हुई थी, आपने कहा कि नबी झूठ बोलता है, 2 कैसेटें आपने बनाई, उन कैसेटों को आपने उसके ऊपर लगाया, फिर आपकी बशीरुद्दीन महमूद से हुई, महमूद अहमद से हुई, उससे फिर बात हुई आपकी, कौन सा फिर आपकी सच्चा है मेरी लंदन वाले से हुई थी आपकी बात, मुझे पता है, उसने बताया। मेरी बात सुने, मेरी बात खत्म हुई, फिर आपने उस दिन एक बड़ा अजीब एक आप ये देखिए ना, आपने भी तो आपने था, और आप अपने टाइम का भी एहसास करें, मेरे टाइम का भी, मुझे सिर्फ इतना बताइए साहब ने कहाँ लिखा है कि कुरान में या कोई एक हदीस या देखिए बात सुने, आपकी जो सच्चा अहमदी से बात हुई तो आपने ये बात की थी कि नबी दावा करे तो अवाम पे छोड़ दे, तो उन्होंने कहा अच्छा फिर तो नबी दावा करे और अवाम पे। मेरी बात सुने, देखिए आपने बात की थी, आपने कहा कि लोगों पे छोड़ दें, क्या नबी दावा खुदा की तरफ से करे, तो लोगों को कहे कि आओ मुझे कबूल करते हो, नहीं कबूल करते, कोई भी ना कबूल करे। कह दिया आप ऐसे मुझे पे झूठ नहीं आपने सुना दीजिएगा, बाद में सुना दीजिएगा, अभी सिर्फ जवाब ये दे दे कि मिर्जा साहब ने लिखा है कि कुरान के अंदर ईसा की कब्र का जिक्र है, वो कुरान की आयत दिखा दे और हदीस दिखा दे मुझे, बस। आपकी देखें, आपकी जो उसके साथ बातचीत हुई है उसमें आपने बात की, रिकॉर्डेड हमारे पास, वो सब आपकी कैसेट मौजूद है। जी वो बाद में मुझे सुना दीजिएगा जब मौका आएगा, लेकिन अभी जो मैं अर्ज कर रहा हूँ साबित कर दे बस। बात सुने, आपको मैंने कहा है कि रसूलुल्लाह सल्लल्लाहु अलैहि वसल्लम की वो हदीस है, उन्होंने कहा हम उसकी तरफ मनामा की तरफ होगा हमारा, हिजरत उन्होंने मदीना की तरफ। हिजरत को छोड़ दे आप ताहिर साहब, फिर देखें कर रहे हैं आप बात को। अगर आप इतराज करेंगे तो हम भी आपके सामने इस किस्म की चीजें लाएं, उसके जवाब नहीं। 10 अंबिया का सुलासन ने फरमाया था कि सब अंबिया ने जिक्र, आप 10 अंबिया देखें, आप 10 अंबिया का जिक्र ले। देखिए बात सुने, यहाँ पे एक एतराज होता है, यहाँ पे मेरे साथ 6-7 एतराज भेजे लोगों ने, उन्होंने कहा जी कि हम कुरान पे बात नहीं करते, हम इंजील पे करेंगे। मैंने कहा क्यों इंजील पे करेंगे? कहते कुरान सच है। मेरी बात सुने ना, बात है आप ना बहुत दूर ले जाते हैं अंजील पे, उधर वो जो है ना वो भाई वो तालमूद पे और वो ग्रंथ पर और पता नहीं कहाँ कहाँ की सैर मुझे करवाते हैं। आप देखे ताहिर साहब, देखे मैं आपको बता रहा हूँ, आप मुझे बता रहे हैं कि भाई मुझे नहीं जवाब आता। आप नहीं कहते हैं, नहीं ये जवाब की बात यह है, मेरी बात सुने, वो कहते हैं कि जी मैंने कहा कि
रसूलुल्लाह सल्लल्लाहु अलैहि वसल्लम की सदाकत पे बात करते हैं। वो कहते जी रसूलुल्लाह सल्लल्लाहु अलैहि वसल्लम की सदाकत पे हज़रत इंजील बात करे तौरात। मैंने कहा नहीं, हज़रत कुरान बात करते हैं। कहते बात यह है कि मैं आपकी तौरात की तरह मुतरिज़ हैं वो भी। वो कहते जी कुरान सच्चा नहीं, इसलिए कि कुरान का जो कातिब था अब्दुल्लाह बिन अबी मुतरद हो गया, रसूलुल्लाह सल्लल्लाहु अलैहि वसल्लम पढ़ नहीं सकते थे, तो उनको कैसे पता ये सही लिख रहा है। तो खान साहब बात लंबी हो रही है, मेरे पास ना लगता है कोई ये सिरा मुझे हाथ नहीं आएगा, आप और मुझे भी मेरा भी टाइम बड़ा क्लोज है, अभी क्लास मैंने लेनी है, और आप जो है ना बात बिल्कुल खलते मबहस कर रहे हैं, आपके पास जवाब बिल्कुल नहीं है इस चीज का। नहीं नहीं ठीक है ना, बस ठीक है, आप बात समझे आपकी में पूरी रात लगे रहे, कोई टेंशन नहीं है, आप तो वो जो है ना मैं रात को ड्यूटी करता हूँ, मेरी 5:30 तक होती है, मैं सुबह 7 बजे यहाँ सुबह के, तो मैं समझने लगो इंशाल्लाह आराम से फिर आपसे बात होगी। मैं तो ये समझता रहा कि आप कुछ नए, आप तो पुराने, आपने तो इतनी बात आप नया समझ के आपने बात शुरू की, आप तो बात करते ही नहीं है मुझसे। नहीं 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 देखिए देखिए आप तो बात करते ही नहीं है, वो आईडी चेंज है कि आपने मुझे गाल कर ली और आपसे मुनाजरा भी कबूल कर ली, तो आप आगे से आपको पता चला कि ये बंदा तो वो ही है जिससे पहले मैं बातें कर चुका हूँ और मुझे एक भी सवाल का जवाब नहीं आया था। मैंने आपको ये बताया है कि मुनाजरा पूरी कौम के साथ है। देखिए आप कौन के साथ बाद में करिएगा, पहले मुझसे तो कर ले। आपका वो इस बात का मुझे सवाल का जवाब तो दे दे कि मिर्जा साहब ने कहा है कि जनाब अली मोहतरम ईसा की कब्र कश्मीर में है, और वो जो है कुरान के अंदर उसका जिक्र है और हदीसों के अंदर भी है। हम अंबिया ने दज्जाल के फितने का जिक्र किया, अब 10 अंबिया का बता मुझे दो। बाद में दिखाइएगा, वो भी मैंने आपसे हदीस को लेनी है, मतलब उसका असल, लेकिन ये है कि इस बात इस मौजू पे रहे आप। अच्छा ये हुई कि जी सब अंबिया ने जिक्र कहा है, नबी को खुदा डायरेक्ट बताता है। दूसरा ये है कि उन्होंने कहा कि मनामा की तरफ हिजरत होगी, जब हिजरत हो कुफार मक्का की तरफ आपके लोग शोर मचाए, आप तो भाई इसकी तो पूरी तरह से गलत साबित होती है। अपना देखे बात कहीं और हिजरत पे ले गए हैं, इसका वो सवाल चना जवाब गंदम कोई तल्लक वास्ता नहीं है। आप जो है ना वो सारे किसी और चीज का, टांगे किसी और चीज की और बात किसी और चीज के, तो मुर्गी तैयार करके दिखा रहे हैं। आपके नजदीक सल्लल्लाहु अलैहि वसल्लम की बातों की या हदीस की कोई अहमियत नहीं है। आप मुझे वो अहमियत अल्लाह के हुक्म से बाद में हम उजागर करेंगे, और आप पहले मुझे मिर्जा साहब की जो हदीस शरीफ है उसकी वजाहत करें। मिर्जा साहब पहले कि कुरान के अंदर बात सुने, मिर्जा साहब की कब्र कश्मीर में है। एक बात सुने, मिर्जा साहब पे तो उस वक्त बात करें, मिर्जा साहब ईमान ले, फिर कह दिए उनकी बात गलत है। बेईमान है ना, आप समझ गए हैं ना। वसल्लम पे तो हमारा भी एतबार है, आपका भी यकीन है। तो ये 2 हदीसें मैंने आपको बताई, एक हिजरत की और दूसरी उन्होंने कहा कि तमाम बता दें जवाब उसका मुझे, फिर इंशाल्लाह आप बात होगी। खुदा हाफिज, क्योंकि मेरा टाइम हो गया अब सोने का। और दूसरा ये है, मैं आपको एक बात बताता हूँ अहम, कि जब भी आप रिकॉर्ड करें हमारी इजाजत से करें, ये नहीं है कि देखिए अल्हम्दुलिल्लाह आप ही रिकॉर्ड करें जब जी चाहे अपलोड किया करें। अभी आपने मैं आपको पहले बता रहा हूँ कि ये मैं अपलोड करूंगा, और अपलोड करने से होता ये है कि अवाम के सामने एक चीज आ जाती है कि भाई बात क्या हुई है। यार बात ये है, हम अवाम के लिए कर रहे हैं। असल में देखें पता है क्या, इसका फवाइद बड़े होते हैं खान साहब, पता है क्या, अल्हम्दुलिल्लाह अल्लाह के हुक्म से, अल्लाह के फजल से आए दिन आप कहते रहते हैं मैंने इतनों को कलमा पढ़ाया है, वो जी मरदई कलमा पढ़ा के उनको जमात अहमदिया में ले गए। अल्लाह के फजल से ये हमारी रिकॉर्डिंग के इतने फायदे होते हैं कि लोग आपकी जमात के वाले सुनते हैं, वो जो सोचते हैं और वो कहते हैं मैं के अंदर फंसा हुआ, तो वो कलमा ला रसूलुल्लाह, हम ला इलाहा मोहम्मद रसूलुल्लाह है, उसी पर मुराद जो है ना मिर्जा गुलाम मोहम्मद कादियानी साहब हैं, मोहम्मद अरबी सल्लल्लाहु अलैहि वसल्लम, इस पर डिबेट करेंगे। अब आप देखें मौदूदी साहब ला इलाहा से मौलाना मौदूदी लेते, आप जो हैं ये कौन लेता है लिखो किताबों में। चले ठीक है, अभी आप तशरीह ले जाए, तो अभी आपने काम पे भी जाना है, तो बाद में कभी फिर सही। वो जो अहमद रजा खान वाले, उनकी तो मेरे पास मौजूद है कलमा, उन्होंने अहमद रजा खान रसूलुल्लाह लिखा हुआ है, और वो जो देवबंद वाले हैं वो कासिम ननौती को रसूलुल्लाह मानते हैं। तो मदूदी रसूलुल्लाह ना ही अहमद रजा रसूलुल्लाह कहीं भी नहीं लिखा, कहीं भी नहीं लिखा, बिल्कुल आप झूठ बोल रहे हैं और ये फ्रॉड है, एक भी नहीं है इसका। आप झूठ कहते हैं तो मैं आपकी, ये मेरे पास। अच्छा ये नोट करिएगा, ये नोट करें, ये तारीख का हिस्सा है ये चीजें। ये देखें कि मिर्जा जूनियर जेलमी ने चिश्ती रसूलुल्लाह बाद में निकाला है। ये इसी मौजू के ऊपर कादियानी हमसे पहले डिबेटें करते होते थे।
ہاں یہ یاد رکھیں، یہ تاریخ کا حصہ ہیں یہ چیزیں. ساری اس کی وہ کلپیں موجود ہیں. یہ 2010 کو یہ مناظرہ ہو رہا ہے اسکائپ کے اوپر. دکھائیے گا مفتی رسول اللہ اور احمد رضا بریلوی رسول اللہ کہاں لکھا ہے، یہ بھی دکھائیے گا. یہ دیکھیں ایسی باتیں جو ہے نا مرزا صاحب بھی کہا کرتے تھے، لیکن بعد میں ان کے پاس کوئی پروف نہیں ہوتا تھا تو وہ پھر جو ہے نا وہ عوام میں بھی مشہور ہو گئی. احمد رضا خان والا تو میرے پاس حوالہ موجود ہے. آپ نے تو کہا بھی ہے، احمد رضا بریلوی نے اگر کہا بھی ہے تو انہوں نے کون سا نبوت کا دعویٰ کیا ہے؟ آپ پہلے اپنے مرزا صاحب کی تو بات کر لیں. آپ نے نبوت کا دعویٰ نہیں کیا تو آپ کلمہ میں کیوں ڈالتے ہیں ان کا نام؟ ڈالتا ہے لعنت ہے اس کے اوپر جو کہ احمد رضا خان بریلوی کا کلمہ پڑھتا ہے، اور لعنت ہے اس کے اوپر جو کلمے میں احمد رضا بریلوی کا نام لیتا ہے، اور لعنت ہے اس کے اوپر کے جو بہتان لگاتا ہے کہ احمد رضا بریلوی کا کلمے کے اندر ذکر کیا جاتا ہے. دیکھیں کتاب وہ میرے پاس موجود ہے. دکھائیے گا، مجھے ضرور دکھائیے گا. نہیں میں بس آپ نے ہوائیاں چھوڑ دیں نا، آپ ہوائیاں چھوڑ دیں، کھانا زیادہ کھا لیا. میں نے آپ کو بتایا ہے کہ مختلف آپ شیعوں کے دیکھیں لا الہ محمد رسول اللہ علی ولی اللہ علی وسیع اللہ کے ہم شیعوں کو نہیں مانتے ہیں، ہم نہیں مانتے شیعوں کو، آپ شیعوں کا والے ہیں. میں آپ کے ساتھ بیٹھے ہوتے ہیں جنہوں نے کفر کا فتویٰ ہم پہ لگایا، سارے 72 فرقوں نے، اسماعیل کی ہے فلاں کہتے ہیں آپ کو. قرآن و حدیث کی وجہ سے آپ کافر ہیں، آپ کے قول کی وجہ سے کافر ہیں. آپ بالکل کہیں ہمیں بہت آپ کے ہم نہ بھی کہیں تو آپ کافر ہیں. آپ کی طرح جو 72 فرقے ہمیں کافر کہتے ہیں. رسول اللہ صلی اللہ علیہ وسلم آپ نے جو فیصلہ کیا تھا اسمبلی میں کب 72 فرقے آپ کو کافر کہتے ہیں؟ مولانا مفتی میں تو موجود، ہماری ڈیوٹی تھی وہاں پر. لمبا کر رہے ہیں اور لوگوں نے یہ اس کو سننا بھی ہے بعد میں، تو یہ لمبا نہیں آپ کریں 72 فرقے اگر کہیں ہم جماعت احمدیہ ایک ہو گئے. رسول اللہ کی حدیث پوری ہو گئی، رسول اللہ کہا کہ 72 فرقے ایک ہوں گے، ایک ایک طرف ہوگا. آپ 72 ایک ہو گئے، ہمیں باہر نکال دیا. آپ اسلام میں نہ گھسیڑے ایسے بات کریں ٹوکڑی مار کے بیٹھ ذرا ایک چیز مجھے بتا دیں گے طاہر صاحب، ذرا سا آپ خاموش رہیے گا، میں ایک ذرا چیز پوچھنا چاہ رہا ہوں. آپ ان کی کار کٹتی ہے تو بعد میں کال کریں بعد میں، تاکہ یہ کلپ مکمل ہو جائے. ابھی 2 منٹ کو دے دے، خیر کوئی نہیں. مجھے آپ کسی اسی ٹاپک پر ضروری ہے. اور دیکھیں کال کاٹنے کے بعد دوبارہ بات کریں تاکہ دوسرا کلپ ہو، اور آپ سے بات پھر کرتا ہوں. میں آپ کے کلپ کا ذمہ دار نہیں ہوں، آپ نے سوال پوچھا ہے، جواب چاہیے تو بتا دیں. میری بات طاہر صاحب آپ کے کلپ کا ذمہ دار خاموش رہے، پھر آپ کو بولنے کی کس نے ذمہ اخلاقی ہوتی ہے، آپ کے ساتھ جو بات کرے 10 ہم سے بات کریں جو ہے نا بہت ان کو بات کرنے کی اجازت دیں. ان کو تو آپ نے کلپ ریکارڈنگ کے لیے بات کرنی ہے کہ بات جواب ماننے کی بات معلوم کرنے کے لیے کرنی ہے. باتیں کر رہے ہیں آپ بیچ میں کیوں بول رہے ہیں؟ آپ کو یہ جماعتیں جناب یہ تربیت دیتی ہے آپ کو جب خاموش آپ کو جب طاہر خان صاحب کہہ رہے ہیں کہ ان کا میں بات جب 2 بندے گفتگو کر رہے ہیں آپ کیوں بول رہے ہیں؟ آپ مجھے یہ بتائیں. وہ نہیں بول رہے. طاہر صاحب خاموش ہے. طاہر صاحب آپ کیا بولیے گا تھوڑی دیر کے لیے؟ میں کیوں آپ کو بولنے دوں؟ کیوں بولنے دوں آپ کو؟ ہاں تو پھر یہی نا، آپ کیوں بولنے دو؟ 2 بندے بات نہیں کر رہے نا، آپ غلط بات کر رہے ہیں. 2 بندے بات کر رہے ہیں. آپ کی شکل شریف انسان ہے. دیکھیں آپ نے اپنی تصویر بھی لگائی ہے، ذرا خاموشی سے سنیں. آپ کے بزرگ ابا جان شاید کی عمر کے ہیں طاہر خان صاحب، ان کو بات کرنے دیں. جی وہ خاموش ہے، وہ ان سے میں نے ان کو اجازت ہے بات کریں آپ سے. میں آپ جو ہے نا پہلے آپ اپنی بات پہ آپ کون ان کی اجازت روکنے ہیں سننے والے؟ جی بات کریں. کال کاٹ کے دوبارہ کال کریں آپ کا، میں انشاءاللہ تعالیٰ میں سننا چاہتا ہوں کہ کیا بات ہے. اگر آپ نے ابھی بات کرنی ہے، آپ چاہیے تو بتا دیں، نہیں چلا رہی ہے تو میرے پاس ٹائم نہیں ہے. آپ نہیں ٹائم، آپ نکل جائیں پتلی گلی سے، آپ کے پاس ٹائم نہیں. پتلی گلی سے آپ کو جواب نہیں چاہیے تو بتا دیں. سوال کر دیں. طاہر خان صاحب نے چیلنج کیا ہے، ابھی قبول کیا انہوں نے کہ دعوت مناظرہ قبول ہے. یہ کس قسم کے دعوت مناظرے قبول کرتے ہیں اور چیلنج کرتے ہیں؟ پہلے ایک بات تو کلیئر ہو نا. آپ اس لیے کہ آپ جو ہے نا آپ آئی ڈی بدلتے کتابیں بھی، اور اوپر سے آپ کو یہ بھی نہیں پتا کہ مرزا صاحب نے یہ لکھا ہوا ہے کہ عیسیٰ کی قبر کشمیر میں ہے، اور قرآن کے اندر بھی آیا اور حدیث کے اندر بھی آیا ہے. احادیث صحیحہ
مرزا صاحب کہتے ہیں کئی حدیثوں کے اندر آیا ہے, ایک حدیث دکھا دیں. میرا چیلنج ہے, اللہ کی قسم میں اٹھا کے کہتا ہوں میں نیٹ چھوڑ جاؤں گا اور میں جو ہے نا آئندہ سے مرزا کو جھوٹا کہنا چھوڑ دوں گا. آپ مجھے یہ ثابت کر دیں ایک بات حدیث, سنیے نا تو پھر مجھے only بات one کرنا. حدیث, اگر only نہیں one بولنا چاہنا حدیث, تو پھر گھر پہ بیٹھ کرو. ایک حدیث, اگر آپ نے ایک خود ہی حدیث بولنا ہے. ہے تو ادھر گھر میری میں بیٹھ حدیث, کے کیا ضرورت ہے بات کرنے کی؟ مرزا صاحب نے کہا ہے مناظرہ نبوت کرنا کا دعویٰ کرنے والے مرزا صاحب قرآن کی ایک آیت کے اندر بھی نہیں ہے. دنیا میری بات سنو گے تو پھر بات ہوگی نا. ایک حدیث میں بولتے رہو, گھر پہ بولتے رہو, ریکارڈنگ کر کے اپلوڈ کر دو. وہ کریں گے نا, ابھی کریں گے, ابھی تھوڑی دیر ویٹ تو کریں آپ. تو میں نے آپ سے کب منع کیا؟ آپ گھر میں بیٹھ کر پھر ریکارڈنگ کر کے اپلوڈ کر. جب آپ نے جواب سننا ہی نہیں ہے, کوئی بات کرنی نہیں ہے, دوسرے کو بات کرنے نہیں دینی, تو پھر کیا فائدہ بات کرنے؟ آپ کیوں کرنے دیں؟ ایک بندے سے بات جب شروع ہوئی ہے تو اس کو تو کمپلیٹ کرنے دیں. جواب ملتا ہے تو ٹھیک ہے, اس کو جواب چاہیے نہیں آپ کو تو پھر بول رہے ہیں, سر کیوں بول رہے ہیں آپ, میں بیچ میں بول رہا ہوں. کیوں بول رہے ہیں؟ جب آپ کو تمیز نہیں ہے؟ جب آپ بلا اجازت ریکارڈنگ کر رہے ہوتے میرا خیال تو انہوں نے سلطان صاحب تو آپ کیوں ہو رہے سلطان صاحب یہ علماء سو ہیں, انہوں نے حق کو قبول نہیں کرنا. جب جواب ہی نہیں سننا جب آپ چاہتے تو سننا نہیں ہے تو میرا خیال ہے اس سے ہم اجازت لے لیتے ہیں اور پھر ٹھیک ہے, اگر کبھی کی جواب بات نہیں ہماری سننا کب. چاہتے تو ہاں میری اجازت پر میں ہونا ہی نہیں. لو جی کال چھوڑ کے بھاگ گئے. یہ آج سے کوئی 13 سال پہلے کا یہ ڈیبیٹ آپ نے سنی, سکائپ کے اوپر ہوئی. یہ وہی قادیانی مربی طاہر خان جو کہ فیس بک کے اوپر بڑی ڈنگیں مارا کرتا تھا, اور جناب پھر میری وہاں پہ آئی ڈی ہوتی تھی سچی بات کی, تو یہ جناب اس نے مجھ سے مناظرہ کرنا چھوڑ دیا. پھر ایک فیک آئی ڈی میں نے بنائی, فیک آئی ڈی سے اس کو دعوت مناظرہ دی تو اس نے فوری طور پہ قبول کر لی. تو جب ٹائم طے ہوا تو آگے سے وہی بندہ اصل والا نکل آیا. تو وہ ساری کیفیت اس کی آپ نے دیکھی کہ اس کے رنگ پھک ہو گیا, اس کے ٹانگیں کانپ رہی تھیں اور موتر نکل رہا تھا. مربی پہ مربی آ رہا ہے, کبھی وہ بول رہا ہے, کبھی وہ مائک اوپن کر رہا ہے. تو یہ ساری کیفیت آپ نے دیکھ لی. تو آج کل بھی وہ طاہر خان پتہ نہیں مر گیا ہے کہ زندہ ہے, لیکن ٹک ٹاک پہ تو نہیں کہیں نظر آ رہا, بلکہ کہیں بھی نظر نہیں آ رہا. تو بہرحال جی یہ ڈیبیٹ آپ نے سنی, یہ کیسی لگی, کیا آپ نے سیکھا سمجھا, تو اپنی اپنی اب رائے آپ شامل کریں. جی السلام علیکم. استاد محترم, وعلیکم السلام. استاد محترم, سب سے پہلی بات تو یہ دیکھنے کو ملی ایز یوزول, جیسے عمومی طور پہ قادیانیوں کے پاس ایک ایمرجنسی بٹن ہوتا ہے کہ کسی بھی طرف نہ نکل جانا, یعنی کہ سوال پہ وہ جیسے پانی میں مدانی ڈال کے نا گھماتے رہنا. سوال آپ نے کیا ہے حضرت عیسیٰ علیہ السلام کی قبر اور کہ کشمیر میں اور ان کی عمر کے بارے میں غالباً, تو وہ آگے سے کہتا ہے جی حضور کریم صلی اللہ علیہ وسلم نے یہ جو حدیث ہے کہ آپ نے کہا کہ ہر نبی کو جو ہے, ہر نبی نے جو ہے اپنی امت کو دجال کے فتنے کی خبر دی, وہ حدیث لا کے دکھائیں. وہ بھائی سوال تم سے کیا ہو رہا ہے, آگے سے تم جواب کیا دے رہے, جواب بھی نہیں بلکہ الٹا سوال کر رہا ہے. اور سوال بھی کیا کر رہا ہے, کہتا ہے جی حدیث ہے یہ تم حدیث لا کے دو. آپ نے نہ تو کی دعویٰ کیا, نہ آپ نے اپنے کسی دعوے کی دفاع میں یہ دلیل کے طور پہ یہ حدیث پیش کی. بات تو تب بنتی ہے کہ اگر آپ نے اس حدیث کا ذکر بھی کیا ہو کہ یار یہ حدیث میں تمہارے سامنے پیش کر رہا ہوں, تو تب بات بنتی ہے کہ وہ یہ کہہ بھی سکتا ہے کہ یار کہ شاہ جی آپ نے جو حدیث پیش کی ہے یہ اس کا حوالہ لے کے آئیں یا یہ حدیث پیش کریں. وہ کوئی نہیں, جواب کوئی نہیں, بس آگے سے ڈیمانڈ کیا جی مجھے وہ حدیث لا کے دکھائیں. اچھا میں یہ سمجھتا تھا کہ جو ٹک ٹاک پہ صرف یہی جو ہے نا اور یوٹیوب پہ یہ صرف یہی پاگل ہے, یہ تو ان سے بھی بڑا پاگل نکلا, یہ جو کیا نام طاہر خان یا جو بھی ہے. مطلب جواب نہیں بن پایا تو بلا لیے اپنے دوسرے ساتھی, اور آخر میں جو ہے ٹولا رپا ڈال کے بھاگ گئے. بس میں تو اس طرح ہی کہوں گا استاد جی کہ بس ان کے پاس نہیں ہے کچھ بھی سوائے ان چیزوں کے. السلام علیکم ورحمۃ اللہ وبرکاتہ. استاد محترم, میرے جو سمجھ میں چیز آئی ہے نا وہ یہ آئی ہے, آپ اسے سوال کر رہے ہیں چنے کا تو وہ جواب دے رہا آپ کو دال کا. ٹھیک ہے, مطلب آپ نے اس سے کہا ہے کہ تم جو ہے نا وہ حضرت عیسیٰ علیہ السلام کی قبر اور ان کا جو ہے نا وہ
उनकी उम्र साबित करो। तो वो भाग भाग के जा रहा है जी चिश्ती रसूलुल्लाह पे, फिर वो कह रहा है कि जी मुझे ये हदीस ला के दो। तो फिर आखिर में इमाम अहमद रज़ा ख़ान बरेलवी रहमतुल्लाह के बारे में वो कह रहा है कि उन्होंने ये कहा। तो मतलब इनका काम ये है कि ये मानते हैं मिर्ज़ा को हैं, ठीक है, उसको अपना नबी मानते हैं, लेकिन उसकी किताबों से बात नहीं करेंगे ये, ठीक है, ना ये कुरान और हदीस से बात करेंगे, बल्कि उल्टा आपके ऊपर या जो भी डिबेट करने वाला होगा उसके ऊपर सवाल कर देंगे कि भाई तुम ये मुझे ला के दो। भाई जो हमने सवाल किया वो किधर जाना है, ठीक है। फिर आखिर में जब कुछ नहीं समझ आया तो दूसरा मुरब्बी आ गया दरमियान में। तो दूसरे मुरब्बी को तो फिर आपने माशाल्लाह सही खींच के रखा है ना, वो तो फिर बहुत शुक्रिया। आगे कोई और भाई बात करें, मुझे ये चीज़ समझ आई। जी अस्सलाम वालेकुम। हाँ जी शाह जी, माशाल्लाह माशाल्लाह बड़ी ज़बरदस्त आपने डिबेट और बड़ा खिंचा है। शाह जी वो पंजाबी च कहते ना चोर नूं पाला हुंदा है। देयर इज़ समथिंग फिशी, कुछ ना कुछ हैगा, इन्हां नूं भी पता हैगा है कि मिर्जे दे बहुत ज़्यादा दजल हैगे। बस पता नहीं इन्हां दी दिलां ते कैसी मोहर लग गई, इन्हां नूं पता भी है फे भी उस दजल दे नाल खलोते ने, इन्हां दी अकलां ते पड़दा पै गया। बेशक मेरे रब ने बेहतरीन और हिकमत फरमाई है, बेशक बेहतर फरमाया मेरे रब ने। जिन्हां दे दिलां ते मोहरां लग गईयां ना वो फिर यही एग्जाम्पल आने जिवें तुसीं इवें दे बंदियां नूं बाहर कढदे और इन बेसिकली इंटरनली उन्हां दी मैंटली जिहड़ी स्ट्रैटेजी या उन्हां दी सोच हुंदी है। मिर्जे नूं ते डिफेंड नहीं कर सकदे, जिन्हों ये नबी मानते ने ਉਹਦੀ ਕਿਸੇ ਗੱਲ ਤੇ ਆ नहीं सकते। एक बंदा लंगड़ा लूला ਜਿਹੜਾ ਟੁੰਡਾ भी है, ਜਿਹੜਾ ना मैडिकली ना एथिकली ना मॉरली किसी खाने च भी फिट नहीं ਹੁੰਦਾ। अल्लाह के नबियां दी ते शानां ने, सरकार दियां ते शानां ने, ला इलाहा इल्लल्लाह अल मालिकुल हक्कुल मुबीन मुहम्मद रसूलुल्लाह सादिकुल वादल अमीन। तो बस इन्ना ही मैं कहांगा। माशाल्लाह माशाल्लाह शाह जी, जज़ाकुमुल्लाह खैर। ਇਹ ਨਵੇਂ ਕਾਲਰ ਆਏ ਨੇ, ਇਹਨਾਂ ਨੂੰ ਪੁੱਛ ਲਓ ਕੌਣ ਨੇ। जी उस्ताद मोहतरम जी, मोहम्मद कश्मीरी साहब। जी जनाब, की हाल है? ਆ जी ਕਸ਼ਮੀਰੀ ਸਾਹਿਬ अल्हम्दुलिल्लाह, अल्लाह दा शुक्र जी। उस्ताद मोहतरम कश्मीरी साहब उस दिन हवाला लैके गए सो, ਉਹਦੀ ਕੋਈ ਤਹਿਕੀਕ ਕੀਤੀ ਜੇ? ਕੋਈ ਨਹੀਂ। ਕਿਹੜਾ ਵਾਲਾ ਸਰ? ਲੈ ਇੰਨੀ ਮਿਹਨਤ ਨਾਲ ਅਸੀਂ ਤੁਹਾਨੂੰ ਹਵਾਲਾ ਪੇਸ਼ ਕੀਤਾ, ਤੁਸੀਂ ਕੋਈ ਜਨਾਬ ਪੁੱਛ ਰਹੇ ਹੋ ਕਿਹੜਾ ਹਵਾਲਾ? ਤੁਸੀਂ ਸਕਰੀਨਸ਼ਾਟ ਵੀ ਲਿਆ ਸੀ ਉਹਦਾ। ਪਾਪਾ ਜੀ ਮੈਂ ਤਾਂ ਯਾਦ ਹੀ ਨਹੀਂ, ਮੈਂ ਤਾਂ ਐਵੇਂ ਸੁਣ ਰਿਹਾ ਸੀ ਤੁਹਾਡੀਆਂ ਗੱਲਾਂ, ਮੈਨੂੰ ਉੱਤੇ ਲੈ ਲਿਆ, ਮੈਂ ਤਾਂ ਸੁਣਨ ਵਾਲਾ, ਤੁਸੀਂ ਗੱਪਸ਼ਪ ਲਓ। ਅੱਛਾ ਮੁਫਤੀ ਸਾਹਿਬ ਨੂੰ ਸਲਾਮ ਕਰਨ ਆਇਆ ਸੀ ਖਾਜੀ। ਚਲ ਅੱਛਾ ਕਸ਼ਮੀਰੀ ਸਾਹਿਬ, ਤੁਹਾਨੂੰ ਇੱਕ ਗੱਲ ਦੱਸਾਂ। ਜੀ ਜੀ, ਅਸੀਂ ਮਿਰਜ਼ਾ ਕਾਦੀਆਨੀ ਨਾ ਜਿਹੜੇ 2 + 2 5 ਕਹਿ ਦਿਆਂਗੇ। ਜੋ ਮਰਜ਼ੀ ਕਹੋ ਸਰ, ਤੁਹਾਡੇ ਆਪਣਾ ਮੂੰਹ ਹੈ, ਕੋਈ ਮਸਲਾ ਨਹੀਂ। ਉਸ ਦਿਨ ਜਨਾਬ ਤੁਸੀਂ ਮੇਰੇ ਖਿਆਲ ਹੀ ਕਮੋ ਬੇਸ਼ ਵੀ ਨਾ ਅੱਧਾ ਪੌਣਾ ਘੰਟਾ ਸਾਡੇ ਨਾਲ ਬਹਿਸ ਕੀਤੀ ਹੈ, ਤੇ ਤੁਸੀਂ ਆਖਰ ਤੇ ਕਿਹਾ ਜੀ ਮੈਨੂੰ ਹਵਾਲਾ ਪੇਸ਼ ਕਰੋ ਜਿੱਥੇ ਉਹਨੇ ਕਿਹਾ ਹੋਵੇ ਜੀ ਮੈਂ ਮਾਜ਼ਅੱਲਾ ਜਿਹੜਾ ਨਾ ਮੈਂ ਕੋਈ ਨਬੀ ਕਰੀਮ ਤੋਂ ਅਫਜ਼ਲ ਹਾਂ ਜਾਂ ਕੁਛ। ਮੈਂ ਤੁਹਾਨੂੰ ਪੂਰਾ ਹਵਾਲਾ ਪੇਸ਼ ਕੀਤਾ। ਉਸ ਤੋਂ ਬਾਅਦ ਤੁਸੀਂ ਕਿਹਾ ਜੀ ਮੈਂ ਇਹਦੇ ਤੇ ਤਹਿਕੀਕ ਕਰਾਂਗਾ। ਉਹ ਵੀ ਕੁਰਾਨ ਤੇ ਹਦੀਸ ਨਾਲ ਤਹਿਕੀਕ ਕਰਕੇ ਗੱਲ ਕਰਦੇ ਨੇ, ਕਾਦੀਆਨੀ ਜਿਹੜਾ ਰੱਦ ਕਰਦੇ ਨੇ। ਤੁਸੀਂ ਕਿਉਂ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਅੱਛਾ ਹੋ? ਗੱਲ ਸੁਣੋ ਕਸ਼ਮੀਰੀ ਸਾਹਿਬ, ਕਿਸੇ ਮੌਜੂ ਯਾਰ ਕੋਈ ਰੱਖੋ ਤੇ ਫਿਰ ਕੋਈ ਗੱਲ ਕਰਿਆ ਕਰ, ਤੁਸੀਂ ਰਹਿ ਡਈ ਹੋ ਤੇ। ਨਹੀਂ ਮੁਫਤੀ ਸਾਹਿਬ, ਮੈਂ ਤਾਂ ਤੁਹਾਨੂੰ ਸੁਣਨ ਆਇਆ ਸਰ। ਚਲੋ ਫਿਰ ਥੱਲੇ ਬਹਿ ਕੇ ਸੁਣੋ, ਜਾ ਕੇ ਥੱਲੇ ਬਹਿ ਕੇ ਨਾ ਸੁਣੋ ਧਿਆਨ ਨਾਲ। ਕੋਈ ਮੌਜੂ ਯਾਰ, ਕੋਈ ਬੰਦਾ ਨਹੀਂ ਲੱਭਦਾ, ਕੋਈ ਕਾਦੀਆਨੀ, ਕੋਈ ਮਰਜ਼ਈ, ਮਿਰਜ਼ਾ ਜੂਨੀਅਰ ਜੇਲਮੀ ਵਾਲਾ, ਕੋਈ ਮਿਰਜ਼ਾ ਸੀਨੀਅਰ ਵਾਲਾ। ਗੱਪਾਂ ਮਾਰਨ ਵਾਸਤੇ ਬਸ ਹੁੰਦੇ ਨੇ। ਆਓ ਯਾਰ ਡਿਫੈਂਡ ਕਰੋ, ਆਓ। ਕੀ ਤੁਸੀਂ ਆਪ ਝੂਠਾ ਸਮਝਦੇ ਹੋ ਪਏ? ਜੇ ਝੂਠਾ ਸਮਝਦੇ ਹੋ ਤਾਂ ਲਾਨਤ ਪਾਓ ਫਿਰ ਆਪਣੇ ਆਪਣੇ ਬਾਬੇ ਤੇ। ਹੋਰ ਕਿਸੇ ਨੂੰ ਕਾਲ ਤੇ ਚੱਕ ਯਾਰ ਕੋਈ ਹੈ ਤੇ। ਉਸਤਾਦ ਜੀ ਇੱਕ ਬਲੋਚ ਇੱਕ ਉਹਨੂੰ ਮੈਂ ਕਾਲ ਪਾਈ ਹੈ ਜੋ ਆਉਂਦਾ ਤੇ ਖੈਰ ਉਹ ਨਹੀਂ ਮੇਰੇ ਖਿਆਲ ਚ ਆਏਗਾ। ਨਹੀਂ ਖੁਦ ਨਾ ਕਾਲ ਪਾਇਆ ਕਰੋ। ਵੈਸੇ ਮੈਂ ਇਹਨੂੰ ਮੁਨਾਸਬ ਨਹੀਂ ਸਮਝਦਾ, ਇੱਕ ਬੰਦੇ ਦਾ ਦਿਲ ਹੈ ਹੀ ਨਹੀਂ ਤੇ ਉਹ ਐਵੇਂ ਹੀ ਅਸੀਂ ਧੱਕੇ ਨਾਲ ਕਿਸੇ ਨੂੰ ਕਾਲਾਂ ਪਾਵਾਂਗੇ, ਉਹ ਅੱਗੇ ਆ ਕੇ ਇਹੋ ਹੀ ਕਹੇਗਾ ਜੇ ਤੁਸੀਂ ਕਾਲ ਪਾਈ ਸੀ। ਉਹ ਫਿਰ ਬੰਦਾ ਝੂਠਾ ਜਿਹਾ ਪੈ ਜਾਂਦਾ। ਖੁਦ ਕਾਲ ਕਰਨ ਹੈ ਜੀ ਉਸਤਾਦ ਮੁਹਤਰਮ, ਬਿਹਤਰ ਕੁਝ ਵੀ ਨਹੀਂ ਹੈ ਬਸ। ਹਾਂਜੀ ਆਮਿਰ ਭਾਈ ਕਹਿ ਰਹੇ ਸਨ ਕਿ ਜੀ ਆਮਿਰ ਭਾਈ ਤੁਸੀਂ ਗੱਲ ਕਰ ਲਓ। ਉਹ ਮੇਰੇ ਖਿਆਲ ਸੋ ਗਏ ਨੇ। ਹਾਂ ਆਸਬ ਭਾਈ ਤੁਸੀਂ ਗੱਲ ਕਰ ਲਓ।
ਰਾਓ ਸਾਹਿਬ ਤੁਸੀਂ ਗੱਲ ਕਰ ਲਓ। ਇਹਨਾਂ ਦਾ ਬਸ ਇਧਰੋਂ ਚੱਕਰ ਹੀ ਦਿੰਦੇ ਰਹੋ, ਕਿਸੇ ਕਾਂ ਤੇ ਖਲੋਂਦੇ ਨਹੀਂ ਹੈ, ਫਿਰ ਜਵਾਬ ਵੀ ਨਹੀਂ ਦਿੰਦੇ, ਮਤਲਬ ਕਜ਼ਾਬ ਨੇ ਨਾ, ਝੂਠੇ ਨੇ। जी मैं मुनाफिर उम्र देना चाह रहा था, प्लीज अगर माइंड ना करो तो। जी समझ नहीं आई। शाहिद साहब जिन्होंने बात कर रहा हूँ मुनाजरे पे ना, वो कमेंट चल रहे थे सब्जी भाई का, तो मैं कमेंट करना चाहता हूँ उस पे ना। जी जी सबसे पहले तो बात यह है कि ये किसी ने सच ही कहा है, और ये वाकई इसमें कोई शक नहीं है कि जो अहले इल्म होते हैं ना, उनके पास बैठने से आपको बहुत कुछ मिलता है सीखने को। तो अल्लाह पाक का शुक्र अदा करते हुए कि अल्लाह पाक ने मैं आप जैसी नेमत दी जिनकी महफिल में बैठ के हम बहुत कुछ सीखते हैं। इस मुनाजरे से शाह जी मैंने 2-3 चीजें सीखी हैं। एक तो चीज ये सीखी है कि एक जो अच्छा मुनाजर होता है वो कैसे अपने जो नुक्ते पे वो रहता है, उस नुक्ते से हटता नहीं है। आप अपने नुक्ते पे रहे हैं, उन्होंने आपको डिवर्ट करने की कोशिश की या आगे पीछे लेके जाने की कोशिश की है, लेकिन आप उसी जगह पे रहे हैं जिस जगह पे जो आपका नुक्ता था, जो पॉइंट था, ठीक है, जो पॉइंट ऑफ डिस्कशन था, आप उस पे रहे हैं। एक तो ये चीज मैंने सीखी है माशाल्लाह आपसे। और दूसरा मैंने ये देखा कि जो उस वक्त के जब ये 2010 का है, 13 से आज से 13 या तकरीबन 14 साल हो गए, 1-2 माह रह गए, तो 14 साल पहले का भी मुनाजरे में यही कदियानियों का हाल था जो आज है, ठीक है। वो अपने पॉइंट पे अपना जवाब नहीं देते, जब उनसे सवाल किया जाए वो आगे पीछे जाते हैं और बात को डिवर्ट करते हैं क्योंकि उनके पास जवाब है नहीं है। और आजकल वो टिकटॉक पे बैठ के ये कहते हैं जी कि आप हमसे बार बार वही सवाल क्यों पूछते हैं। तो आज मुझे इस बात की भी समझ आ गई है कि इसलिए पूछते हैं कि उन्होंने कभी सवाल का सही जवाब दिया ही नहीं है और हमेशा से वो बातों को डिवर्ट करते हैं। माशाल्लाह बहुत शुक्रिया। और आपका एक्सपीरियंस देख के बाकी भाइयों के लिए भी एक नसीहत है कि यार देखे शाह साहब की एफर्ट और शाह साहब का एक्सपीरियंस, जो भी उठता है उठ के शाह साहब पे एतराज करना शुरू हो जाता है कि जी शाह साहब ने ये कलमा फलाने के साथ ऐसे क्यों पढ़ा, फलाना काम ऐसे क्यों किया, इल्म है नहीं है, नॉलेज है नहीं है, पता है नहीं है। और फतवा देने का हम सबको कौम को बहुत शौक है कि जल्दी से हम फतवा देते हैं, वो भी एक मुफ्ती पे, वो भी एक ऐसे बंदे पे जिसने बहुत मेहनत की है, जो उसका ये मकसद है अपनी जिंदगी का। तो उन भाइयों के लिए भी सोचने का मुकाम है कि यार ये सोचें, बातों को देखें और इस चीज को पढ़ के तो बात किया करें, शाह साहब के ऊपर कमेंट किया करें। शाह साहब बहुत शुक्रिया, मैंने आपका बहुत टाइम ले लिया, मेहरबानी जी। जज़ाकल्लाह जी, जज़ाकल्लाह। गुजारिश ये है कि ये 14 साल पहले भी ऐसे ही थे, तो 25 साल पहले भी ऐसे ही थे, जब रिटर्न के अंदर डिबेट होती थी वैसे ही थे। एक ट्यून मैंने आज तक कादियानियों के अंदर बदलाव नहीं देखा। जो आज टिकटॉक पे आपको जैसे नजर आ रहे हैं, जो इनका तरीका वारदात, जो इनका सेम 25 साल पहले भी ऐसे ही था। मतलब इनको गुड़ती दी जाती है। ये पहले दिन से मिर्जे कादियानी के दौर से, मिर्जे कादियानी ने के अमल से ये चीज जाहिर है कि ये लोग सिर्फ हवाइयां छोड़ते हैं, उसकी दलील नहीं रखते, दलील नहीं इनके पास होती। भाई एक बंदा दावा कर रहा है कि देखो कुरान के अंदर जिक्र मौजूद है हजरत ईसा अलैहिस्सलाम की कब्र का, हाँ जी, उनको हवाला हम दे रहे हैं कि बताओ कहाँ पे है ईसा की कब्र। कुरान की आयत, हदीस के अंदर वो कह रहे हैं ना, कुरान की आयत नहीं हदीस, तो वो हदीस दिखा दो, कोई एक दिखा दो। लेकिन नहीं। अब हम कह सकते हैं कि ये 14 साल कादियानी तो ये कहते हैं जी 128 साल या 30 साल हो गया जवाब देते हुए। क्या मैं ये हक बजानब नहीं हूं कि मैं कह सकूं कि मुझे 14 साल हो गए ये सवाल करते हुए, आज तक जवाब नहीं मिला? हाँ जी, अच्छा जी, बिल्कुल। आपके पास प्रूफ है, आपके पास अपने सोशल मीडिया के प्लेटफॉर्म पे उसको लगा के साबित कर दिया कि वाकई ऐसा ही है, इसमें कोई दो राय नहीं है। बिल्कुल सही कह रहे हैं आप, बिल्कुल सही फरमा रहे हैं आप। हाँ जी। तो ये वो सवाल थे। मैंने तो वैसे एक ज़िमनी बात की है, यही वो सवाल थे जो ये कहते हैं ना 128 या 30 साल हो गए हैं, हम कहते हैं 128-30 साल से हमारे ये सवाल हैं।
जवाब आज तक नहीं मिले, आज तक वो टस से मस नहीं हुए जवाब। सवाल उधर के उधर बाकी हैं, जवाब कोई भी नहीं। और कहने को ये लोग कहते हैं ये सेम इसकी तबीयत तलत कादियानी मुरब्बी वाली है या ताहिर कादियानी मुरब्बी वाली। ये जितने भी ओल्ड होते हैं ना कादियानी, ओल्ड मैन, वो फिर बाद में ना अपनी बुजुर्गी के अंदर जाके कहानियां शुरू कर देते हैं। वो ना मैं तो बरेलवी था, भाभी था, देवबंदी था, तो शिया था, मैं तुम्हारे अंदर से निकल के आया हूं तो मैंने इतने कादियानी कर दिए, इतने मैंने तबलीग की, इतनी खिलाफतें मैंने बैतें ली, बैतें करवाई, इतने मैंने लाख, इतने हजार, इतने 100 बंदों को मैं जमात अहमदिया में लेके, सब गप्पां ते कहानियां तो अलावा कख नहीं। अल्लाह दी कसम, कोई हकीकत हो ना, हकीकत। बैतें जो होती हैं, बैतें उनकी ये होती हैं जी, ये बैतें जरा सुन लें। हाँ जी, फिर ना क्यों जे सानू बैतां नहीं सन दसियां, बैतां तुहाडियां पुत्तर आइंदियां हुंदियां ने। तकसीम हो चुके हैं। आप कितने सजाद साहब पर फार्म तकसीम है? 82, 84, 87 फार्म तकसीम हो चुके हैं। 90 बैतें भी 90 फार्म तकसीम हो गए अल्लाह के फजल से। 90 बैतें 90 फार्म, 90 बैतें 90 फार्म, यानी फार्म ना छपवा के इन्होंने रोड ते खलो के तकसीम करी जाते हैं। और जिन्निया दे हथे लग गए, कई 1 2 3 4 भी फड़ा देंगे ने, एक बंदे 4 5 भी फड़ा देंगे ने। तो वो बाद चो इन्होंने रात नूं जाके ना काउंटर इन्हों का लगा हुंदा है, उतले मुरब्बियां नूं जाके लिखवांदे ने मैं भाई अज 1000 ना बैतां करवाइयां ने, यानी 1000 फार्म तकसीम कीते। ए जे इन्हां दा तरीका सुनो जरा। 90 बैतें भी 90 फार्म तकसीम हो गए अल्लाह के फजल से। ओके, अल्लाह हाफिज। आज की मेरी आखिरी गुफ्तगू थी। जिन्होंने हो चुकी हैं 101 अल्लाह के फजल से। लो जी, बैतें हो चुकी हैं 101 अल्लाह के फजल से। सुन लिया जी। ओ भाई जी, है एक दिन दा नहीं, 1 घंटे दा, 1 घंटे दी मार नहीं है। एक दिन नूं छड्डो, दिन दे विच 24 घंटे हुंदे ने, 1 घंटे दी मार नहीं है। 101 बैतां करनियां इन्हां दियां, टेंशन ही कोई नहीं, बैतां ते इंज दियां हुंदियां ने इन्हां दियां। अच्छा, कितने बंदे यार? इनको अभी बिठाएं, अभी चाय वगैरह पिलाएं, इतनी जल्दी फॉर्म वगैरह नहीं देने, क्योंकि मैंने स्टडी तो कर ली हुई है। हाँ ठीक है जी। नहीं, अभी फॉर्म नहीं, अभी फॉर्म नहीं देने भाई। इन्होंने 10 दिन हो गए स्टडी कर रहे हैं, मौलवी का भी और झूठ पकड़े और फिर फॉर्म देने। फॉर्म तो अभी नहीं देने, अभी यार ना अभी नहीं देने फॉर्म, बिल्कुल। हाँ, बिल्कुल से लोग जो अहमदी हो रहे हैं उनकी बातें भी बननी है। मैंने उधर भी जाना है, क्योंकि मैं आज छुट्टी है, कल भी मेरी छुट्टी है, परसों भी छुट्टी है। उसके बाद फिर हमारा बिजनेस इंशाल्लाह ताला शुरू हो जाएगा। बिजनेस है, बिजनेस ही है पुत्र तुहाडा, बिजनेस ते तुहाडा शुरू हो जाना है फिर कल परसों तो। है बैतें बननी है तो बैतें बननी है। ते की ड्रामे लाए ने अल्लाह दी कसम है। बंदा ला लितर ले ते पा इन्हां नूं लम्मे ले ते गिनती भुल जाए। शाह जी, ये केड़ा दीन है जेड़ा बैतां ते फार्मां ते चलन दे है? दीन ते सारा नीयत ते है, मेरा ते मेरे रब दी कमिटमेंट है। हाँ, ते एवें बस एवें है ना, धोखे च रखे है कादियानियां ने अपने आप नूं भी, लोकां नूं भी। बस इन्हां दे मुरब्बी दी मक्खी ते मक्खी मारदे जाणगे। इन्हां दे मुरब्बियां ने इन्हां नूं सिखाया जी असीं बड़े फैलने आ पे, बस फैली जा रहे हैं। ते ओहो ही है ना जो मुरब्बियां कोल सुनदे जे आके इत्थे टिकटाक दे उत्ते भी, हाँ असीं फैलदे ने आपे, बड़े फैल गए असीं। हाँ जी सिल्वर साहब जी। क्या नाम है इनका पता नहीं, सिल्वर, एक नाम ऐसे अजीब रखते हैं। जनाब माइक ओपन कीजिए। अच्छा, आप नीचे बैठ के सुन। अच्छा, माइक ओपन किया था ओ बैत लेना ऐसा जे। अच्छा, वापस आ जाओ। उस्ताद मोहतरम फैल रहे हैं, ये असल में इनके फैल जाने का मतलब ये है कि आराम का पैसा खा के ना पेट शेट और जिस्म फैल रहे हैं। थले आमिर खान साहब लिख रहे ने कि अजकल ते इन्हां दियां बैतां भी बंद होईयां ने। ना जी ना, वो नहीं बंद होनियां, वो सदा तो खुलियां ने। तुसीं पुछो जाके
ਦੁਨੀਆ ਦੇ ਕਿਸੇ ਇੱਕ ਕਾਦੀਆਨੀ ਨੂੰ ਪੁੱਛ ਲਓ ਮੇਰੀ ਗੱਲ ਝੂਠੀ ਹੋਏ ਤੇ ਮੈਨੂੰ ਨੀਵੇਂ ਥਾਂ ਬਿਠਾ ਲਿਆ ਜੇ। ਉਹਨੇ ਤੁਹਾਨੂੰ ਕਹਿਣਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ 1000 ਤੋਂ ਥੱਲੇ ਤੇ ਉਹਨੇ ਬੋਲਣਾ ਹੀ ਨਹੀਂ ਨਾ। ਉਹਨੇ ਕਹਿਣਾ ਮੈਂ 5000 10,000 20,000 ਬੰਦਾ ਜਿਹੜਾ ਵੇ ਉਹ ਮੈਂ ਬੈਤ ਕਰਵਾ ਚੁੱਕੀ ਹਾਂ। 1000 ਤੋਂ ਥੱਲੇ ਕੋਈ ਬੋਲ ਜਾਏ ਤੇ ਮੈਨੂੰ ਦੱਸਿਆ ਜੇ, ਯਕੀਨ ਮੰਨਿਓ। ਆਹੋ ਕਿਸੇ ਇੱਕ ਦੁਨੀਆ ਦੇ ਕਾਦੀਆਨੀ ਨੂੰ ਚੁੱਕ ਕੇ ਵੇਖ ਲਓ ਤੇ ਬੰਦਾ ਉਹ ਹੋਏਗਾ ਕਿ ਜਿਹਨੂੰ ਨਾਲ ਦੀ ਗਲੀ ਵਾਲਾ ਨਹੀਂ ਜੇ ਜਾਣਦਾ ਤੇ ਲੁਕਿਆ ਬੈਠਾ ਹੈ ਉਹ ਵਿਚਾਰਾ ਕਿਧਰੇ ਇੱਥੇ ਜਰਮਨੀ ਕੈਨੇਡਾ ਦੇ ਵਿੱਚ ਕਿਉਂਕਿ ਨੱਸ ਕੇ ਗਏ ਨੇ, ਉੱਥੇ ਅਸਾਈਲਮ ਲਏ ਨੇ ਇਹਨਾਂ ਨੇ, ਉੱਥੇ ਕਿਸੇ ਖੁੱਡ 'ਚ ਵੜ ਕੇ ਬੈਠਾ ਹੋਏਗਾ ਤੇ ਉੱਥੇ ਵੀ ਨਾਲ ਦੇ ਅਪਾਰਟਮੈਂਟ ਵਾਲਾ ਉਹਨੂੰ ਨਹੀਂ ਜਾਣਦਾ, ਨਾਲ ਦੇ ਘਰ ਵਾਲੇ ਨੂੰ ਨਹੀਂ ਖਬਰ ਦਾ ਬੰਦਾ ਕੌਣ ਹੈ, ਤੇ ਬਸ ਉਹਨੇ ਬੈਤਾਂ ਕਰਾ ਛੜੀਆਂ ਨੇ। ਇੰਜ ਦੀਆਂ ਤੇ ਇਹਨਾਂ ਦਾ ਹਿਸਾਬ ਕਿਤਾਬ ਹੈ। ਅਸਲ ਤੇ ਇਹਨਾਂ ਨੂੰ ਨਾ ਝੂਠ ਇਹਨਾਂ ਦੀ ਗੁੱਟੀ ਦੇ ਵਿੱਚ ਬੰਦਿਆ ਹੈ। ਇਹਨਾਂ ਦਾ ਬਾਬਾ ਜਿਹੜਾ ਸੀ ਮਿਰਜ਼ਾ ਕਾਦੀਆਨੀ, ਉਹਨੇ ਸਿਖਾਇਆ ਕਿ ਗੱਪਾਂ ਮਾਰਨੀਆਂ ਜੇ, ਬਸ ਕਹਾਣੀਆਂ ਸੁਣਾਈ ਜਾਓ, ਨੱਪ ਕੇ ਰੱਖਿਆ ਜੇ। ਭਾਈ ਮੈਂ ਵੀ ਸਾਰੀ ਜ਼ਿੰਦਗੀ ਕਹਾਣੀਆਂ ਸੁਣਾਈਆਂ ਨੇ, ਤੁਸੀਂ ਵੀ ਕਹਾਣੀਆਂ ਹੀ ਸੁਣਾਇਆ ਜੇ ਬਸ। ਟੋਟਲ ਇਹਨਾਂ ਦੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਤਾਦਾਦ ਹੈ ਨਾ, ਟੋਟਲ ਮੈਂ ਅੱਲਾ ਦੀ ਕਸਮ ਚੁੱਕ ਕੇ ਕਿੰਨਾ ਵੱਲਾ ਅੱਲਾ ਦੀ ਕਸਮ ਹੈ ਮੈਨੂੰ, ਜਿਹਦੇ ਕਬਜ਼ਾ ਕੁਦਰਤ ਚ ਮੁਬਸ਼ਰ ਸ਼ਾਹ ਦੀ ਜਾਨ ਹੈ, ਪੂਰੀ ਦੁਨੀਆ ਚ 3 ਲੱਖ ਤੋਂ ਜ਼ਿਆਦਾ ਨਹੀਂ ਜੇ ਹੈ। ਇਹ ਮੈਂ ਬੜਾ ਮੁਬਾਲਗਾ ਕੀਤਾ ਹੈ, ਬੜੀ ਮੈਂ ਯਕੀਨ ਜਾਨੋ ਬੜਾ ਮੁਬਾਲਗਾ ਕੀਤਾ ਜੇ। ਮੈਂ 3 ਲੱਖ ਤੋਂ ਜ਼ਿਆਦਾ ਕਾਦੀਆਨੀ ਨਹੀਂ ਪੂਰੀ ਵਰਲਡ ਦੇ ਵਿੱਚ, ਪੂਰੀ ਦੁਨੀਆ ਦੀ ਗੱਲ ਕਰ ਰਹੇ ਹਾਂ। ਤੇ ਕਹਾਣੀਆਂ ਇਹਨਾਂ ਦੀਆਂ ਓਏ ਹੋਏ 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 ਉਹ ਜਨਾਬ ਹੈ ਇਹਨਾਂ ਦੇ ਜਲਸੇ, ਤੁਸੀਂ 10 ਸਾਲ ਦੇ ਜਲਸੇ ਚੁੱਕ ਕੇ ਵੇਖ ਲਓ ਜਿੱਥੇ ਉਹ ਐਲਾਨ ਕਰਦੇ ਨੇ। ਇੰਨੀ ਕੁ ਤਾਦਾਦ ਬਣ ਜਾਣੀ ਹੈ ਕਿ ਪੂਰੀ ਦੁਨੀਆ ਦੇ ਇਨਸਾਨ ਵੀ ਪਾ ਲਓ ਤੇ ਵਿੱਚ ਜਾਨਵਰ ਵੀ ਪਾ ਲਓ ਤੇ ਕੁੱਤੇ ਸੂਰ ਤੇ ਬਿੱਜੂ ਵੀ ਪਾ ਲਿਆ ਜੇ ਤੇ ਤਾਦਾਦ ਫੇਰ ਵੱਧ ਜਾਣੀ ਹੈ। ਉਹਨਾਂ ਨੂੰ ਵੀ ਭਾਈ ਕਾਦੀਆਨੀ ਪਾਣਾ ਪੈਣਾ ਵਿੱਚ, ਜਿੰਨੀ ਕੁ ਤਾਦਾਦ ਖਲੀਫਾ ਜੀ ਐਲਾਨ ਕਰਦੇ ਨੇ। उस्ताद मोहतरम, नीचे एक ये आया ज़हीर अहमद, ये बेचारा कुछ ज़हनी मरीज़ है, पूरा दिन ब्रॉड पे लिखता रहता है कि हम अभी भी कादियानी है, तुम मुस्तकबिल के कादियानी हो। ਓਏ ਪਾਗਲ ਜੇ, ਸਾਰੇ ਦੁਨੀਆ ਦੇ ਕਾਦੀਆਨੀ ਇੰਜ ਹੀ ਨੇ, ਬਸ ਇਹੋ ਹੀ ਹਿਸਾਬ ਕਿਤਾਬ ਨੇ ਇਹਨਾਂ ਦੇ। ਕੀ ਬੰਦਾ ਕਰੇ ਯਾਰ। ਸ਼ਾਹ ਜੀ ਇੰਨੀ ਛੇਤੀ ਤੇ ਪੋਲਟਰੀ ਫਾਰਮ 'ਚ ਚੂਚਾ ਨਹੀਂ ਹੁੰਦਾ ਜਿੰਨੀ ਛੇਤੀ ਜੇ ਕਾਦੀਆਨੀ ਕਰੀ ਆ ਰਹੇ ਨੇ। ਸਪੀਡੋ ਸਪੀਡ ਯਕੀਨ ਜਾਨ। ਤੇ ਸਿਰਫ ਨਾਰਿਆਂ ਦੀ ਹੱਦ ਤੱਕ, ਹਕੀਕਤ ਹਾਲ ਕੁਝ ਹੋਰ ਹੈ। ਹਕੀਕਤ ਹਾਲ ਹੈ ਵੇ ਕਿ ਬੜੀ ਤੇਜ਼ੀ ਨਾਲ ਲੋਕੀ ਕਾਦੀਆਨੀਅਤ ਨੂੰ ਛੱਡ ਰਹੇ ਨੇ ਤੇ ਉਹ ਜਾ ਰਹੇ ਨੇ ਇਲਹਾਦੀਅਤ ਦੀ ਤਰਫ। ਸ਼ਾਇਦ ਕੋਈ 100 ਬੰਦਾ ਅਗਰ ਕਾਦੀਆਨੀਅਤ ਨੂੰ ਛੱਡਦਾ ਹੈ ਨਾ, ਉਹਨਾਂ ਚੋਂ 95 ਟੁਰ ਜਾਂਦੇ ਜੇ ਇਲਹਾਦੀ ਹੋ ਜਾਂਦੇ ਨੇ, ਮੁਲਹਿਦ ਹੋ ਜਾਂਦੇ ਨੇ, ਤੇ 4% ਜਿਹੜਾ ਵੇ ਤਬਕਾ ਉਹ ਮੁਨਕਰੇ ਹਦੀਸ ਪਰਵੇਜ਼ੀ ਗਰੋਹ ਇਖਤਿਆਰ ਕਰ ਰਹੇ ਹੈ। 1% ਜਿਹੜਾ ਹੁੰਦਾ ਹੈ ਨਾ, ਉਹ ਸ਼ਾਇਦ ਇਸਲਾਮ ਕਬੂਲ ਕਰ ਰਹੇ। ਮੈਂ ਆਪਣਾ ਤਜਜ਼ੀਆ ਪੇਸ਼ ਕਰ ਰਿਹਾ। ਇਹ ਤੇ ਲੂਲਾ ਲੰਗੜਾ ਕਰਕੇ ਛੱਡਦੇ ਨੇ ਬੰਦੇ ਨੂੰ। ਹੋਇਆ ਵੇ ਕੋਈ ਭਾਈ, ਕਿਸੇ ਨੇ ਕਾਲ ਕੂਲ ਕਰਨੀ ਹੈ? ਜ਼ਹੀਰ ਸਾਹਿਬ ਆ ਜਾਓ, ਕਾਲ ਤੇ ਆਓ, ਜਵਾਬ ਤੇ ਕਾਲ ਤੇ ਲੱਭਣਾ ਨਾ। शाह जी एक छोटा ਜਿਹਾ ਸਵਾਲ ਸੀ। ਹਾਂਜੀ। ਸੁਣਨ ਹੋਇਆ ਕਿ ਕਾਦੀਆਨੀ ਮਿਰਜ਼ਾ ਕਾਦੀਆਨੀ ਉਰਫ ਮੋਦਰ ਅਲੀ ਸ਼ਲਵਾਰ ਕਹਿੰਦਾ ਹੁੰਦਾ ਸੀ ਕਿ ਰਜੂਲੀਅਤ ਕਰਾਉਣ ਦੇ ਨਾਲ ਆਜਜ਼ੀ ਆਉਂਦੀ ਹੈ। ਤੇ ਮੈਂ ਰਜੂਲੀਅਤ ਪੁੱਛਣਾ ਸੀ, ਰਜੂਲੀਅਤ ਕੀ ਹੁੰਦੀ ਹੈ? ਰਜੂਲੀਅਤ ਹੁੰਦੀ ਹੈ ਕਿ ਉਹ ਕਦੀ ਵੇਖੀ ਆ ਮੱਖੀ, ਇੱਕ ਮੱਖੀ ਦੇ ਉੱਤੇ ਚੜੀ ਹੁੰਦੀ ਹੈ ਤੇ ਵੇਖੀ ਹੈ ਕਿ ਨਹੀਂ ਕਦੀ? ਜੀ ਜੀ ਬਿਲਕੁਲ ਬਿਲਕੁਲ। ਉਹ ਜਿਹੜਾ ਉੱਤੇ ਜਿਹੜਾ ਮੱਖਾ ਬੈਠਾ ਹੁੰਦਾ ਨਾ, ਉਹ ਜੋ ਕੁਝ ਕਰ ਰਿਹਾ ਹੁੰਦਾ ਉਹਨੂੰ ਕਹਿੰਦੇ ਨੇ ਰਜੂਲੀਅਤ। ਸਮਝ ਆਈ ਹੈ ਕਿ ਨਹੀਂ? हो गया वो जी, ठीक हो गया साहब जी, मैं समझ गया। अच्छा, मतलब वो नौजवाना ਦੀ ਜ਼ੁਬਾਨ ਦੇ ਵਿੱਚ ਯਮਨ ਕਟੇਟਾ। ਆਪ ਹੋ ਗਈ। जी सरफ साहब,
सिल्वर साहब को बोलोगे तो पता चलेगा ना की करन आए हो। नाराज ने जी हेलो शाह साहब, मैं आईडी चेंज करके घूम रहा, की हो गया ਤੁਹਾਨੂੰ? अच्छा काशी भाई की कर दे हो यार मैं ड्राइविंग कर रही थी, मैं ना उदा ही मैं आईडी होर बनाई सी घूमन ਲਈ गुप्त आईडी। अच्छा थल्ले बंदा कमेंट कर देंदा है साथे मोहतरम सही कमेंट च की लिख रहा है। ओए आंदा टट्टे जितने भी बड़े हो जाएं ये लाम के नीचे ही रहते हैं। हाँ जी वो मैनू टट्टे थल्ले ही याद बैठा है। आया जरा एक मिनट जरा गल बड़ी इन्हें ना कमाल दी कीती है। एक मिनट आहो ए किन्ने कीती सी? ताहिर मुरब्बी ने कीती सी। टट्टे ते टट्टी दा फर्क। आहो ताहिर मुरब्बी सी। आहो यार ताहिर मुरब्बी नहीं राना मुबशर कालू। आहो हेलो सुनिया जी जरा। जाहिल इंसान हजरत मिर्जा साहब को अल्लाह ताला ने नॉर्मल इंसानों की तरह टट्टे लगाए हुए थे। टट्टे जो हैं ये सबसे भारी चीज है ना, सबसे काबिल कदर चीज है। तो जिसको टट्टे लगाए हैं उसको टट्टियां लग गई हैं, तो इसमें दान निकालने वाली कौन सी बात है? ये अपने अंदर की गलाजत, अपने अंदर का आईना दिखा रहे हो। जिससे टट्टे लगी हैं उससे टट्टियां भी लग सकती हैं। ये इंसान है, तो ये तो नहीं है कि फरिश्ता है। इंसान के लिए बीमारी मुकद्दर है, इंसान के लिए जो है वो बशरी कमजोरियां भी उसके साथ लगी हुई हैं। बेशक खुदा ताला के नबी भी हों तो बशरी कमजोरियों से मुबर्रा नहीं होते, पाक नहीं होते। हर नबी में खताएं गलतियां होती हैं। सुन लिया जे फिर तबलीग इनू कहंदे जे तबलीग मर जाओ पता नहीं कितने तबलीग संभाल। बहुत सोहनी माशाल्लाह मिसाल दी आंदा ओनू टट्टे लगे तो जे टट्टियां लग गई तो फिर की होया? की चीज है रस्ता दे मोहतरम ਜਦੋਂ ਮੱਤ ਵੱਜ ਜਾਏ ਬੰਦੇ ਦੀ। ਅੱਛਾ ਉਹੀ ਜੇ ਉਹ ਜਿਹੜਾ ਮਿਰਜ਼ੇ ਨੇ ਲਿਖਿਆ ਨਾ ਕਿ ਭਾਈ ਕਾਦੀਆਨ ਦੇ ਮਰਦਾਂ ਨੂੰ ਦੁੱਧ ਆਂਦਾ ਹੈ, ਉਹ ਆਂਦਾ ਮੇਰਾ ਇਹ ਜ਼ਰਾ ਸੁਣਿਆ ਜੇ ਜ਼ਰਾ। ਨਲਾਇਕ ਆਦਮੀ ਜਿਹੜਾ ਨਾਰੇ ਉਹ ਕਿਉਂ ਨਹੀਂ ਦੁੱਧ ਦੇ ਸਕਦਾ? ਇਹਦੇ ਤੇ ਮੇਰਾ ਕਜ਼ਨ ਮਿਸਾਲ ਹੈ। ਅਸੀਂ ਆਪਣੇ ਕਜ਼ਨ ਦਾ ਆਪ ਦੁੱਧ ਚੋਇਆ ਕਰਦੇ ਸਾਂ। ਅੱਜ ਕੱਲ ਉਹ FIA ਪੁਲਿਸ ਵਿੱਚ ਲਾਹੌਰ ਚ ਲੱਗਾ ਹੈ। ਤੇ ਇਹ ਤੇ ਤਾਕਤ ਦੀ ਵਜ੍ਹਾ ਤੋਂ ਜਿਹੜੇ ਦੇਸੀ ਖੁਰਾਕਾਂ ਖਾਧੀਆਂ ਹੋਣ ਨਾ ਤੇ ਉਹਦੇ ਨਾਲ ਹੋ ਵੀ ਸਕਦਾ ਹੈ। ਕੋਈ ਅਨਹੋਣੀ ਗੱਲ ਤੇ ਨਹੀਂ ਉਹਨਾਂ ਨੇ ਕਹੀ। ਬੱਕਰਾ ਵੀ ਦੁੱਧ ਦੇ ਸਕਦਾ ਤੇ ਇਨਸਾਨ ਵੀ ਮਰਦ ਵੀ ਦੇ ਸਕਦਾ ਹੈ। ਅਸੀਂ ਉਹਦੀ ਛਾਤੀਆਂ 'ਚ ਪਤਾ ਨਹੀਂ ਕਿੰਨੀ ਵਾਰੀ ਚੋਇਆ ਹੈ ਤੇ ਸਾਰਿਆਂ ਨੂੰ ਵਿਖਾਇਆ ਹੈ। ਸਾਡੇ ਲਈ ਤੇ ਮਜ਼ਾਕ ਦੀ ਗੱਲ ਬਣੀ ਹੋਈ ਸੀ, ਲੇਕਿਨ ਇਹ ਹਕੀਕਤ ਹੈ। ਤੈਨੂੰ ਸੱਚ ਦੱਸਣ ਡਿਆ ਵਾਂ, ਇਹਦੇ ਵਿੱਚ ਕੋਈ ਇੱਕ ਜ਼ਰਾ ਵੀ ਝੂਠ ਦਾ ਨਹੀਂ। ਮੈਂ ਦੱਸ ਵੀ ਦਿੱਤਾ ਕਿ ਲਾਹੌਰ ਮੇਰਾ ਕਜ਼ਨ FIA ਦੇ ਵਿੱਚ ਰਾਣਾ ਖਾਲਦ ਮਹਿਮੂਦ ਅਹਿਮਦ ਜੰਜੂਆ ਦਾ ਨਾਂ ਹੈ। ਤੇ ਅਸੀਂ ਉਹਦੇ ਮੈਟਰ ਤੋਂ ਪਹਿਲੇ ਦੀ ਜਿਹੜੀ ਉਹਦੀ ਹੈ ਨਾ ਜ਼ਿੰਦਗੀ, ਉਦੋਂ ਵਾਵਾ ਗੌਰਮੈਂਟ ਅਸੀਂ ਆਪਣੇ ਘਰ ਦੀ ਖਾਣਾ ਪੀਣਾ, ਮੱਖਣ, ਦੁੱਧ, ਲੱਸੀ, ਹਰ ਚੀਜ਼ ਆਪਣੀ ਸੀ। ਤੇ ਉਹਦੀ ਵਜ੍ਹਾ ਤੋਂ ਜਿਹੜੇ ਤਾਕਤ ਨਾਲ ਨਾਦਾ ਨਾਲ ਪੱਲੇ ਹੁੰਦੇ ਨਾ ਉਹ ਮਰਦ ਦੀ ਵੀ ਛਾਤੀ ਦੁੱਧ ਦੇ ਸਕਦੀ ਹੈ, ਕੋਈ ਐਸੀ ਗੱਲ ਨਹੀਂ। ਮਰਦ ਦਾ ਆਪਰੇਸ਼ਨ ਕਰਕੇ ਜੇ ਜ਼ਨਾਨੀ ਬਣਾਈ ਜਾਂਦੀ ਹੈ ਤੇ ਦੁੱਧ ਕਿਉਂ ਨਹੀਂ ਆ ਸਕਦਾ? ਦੁੱਧ ਲਈ ਤੇ ਅੱਲਾਹ ਤਾਲਾ ਨੇ ਔਰਤ ਦੀ ਤਰ੍ਹਾਂ ਮਰਦ ਦੀਆਂ ਵੀ ਛਾਤੀਆਂ ਰੱਖੀਆਂ ਨੇ ਨਾ। ਦੂਜੀ ਚੀਜ਼ ਤੇ ਜਿੱਥੋਂ ਬੱਚਾ ਪੈਦਾ ਕਰਨਾ ਉਹ ਤੇ ਅੱਲਾ ਨੇ ਦਿੱਤੀ ਨਹੀਂ ਨਾ। ਰੂਹਾਨੀ ਬੱਚਾ ਹੀ ਪੈਦਾ ਹੁੰਦਾ ਹੈ ਆਪਣੇ ਹੀ ਵਜੂਦ ਵਿੱਚੋਂ। ਆਪਣਾ ਹੀ ਵਜੂਦ ਤਰੱਕੀ ਕਰਕੇ ਅੱਗ ਨੂੰ ਛੱਡ ਕੇ ਤੇ ਜੰਨਤ ਵੱਲ ਜਾਂਦਾ ਹੈ। ਜਾਨਵਰਾਂ ਵਾਲੀ ਜ਼ਿੰਦਗੀ ਨੂੰ ਛੱਡ ਕੇ ਤੇ ਇਲਮ ਔਰ ਅਕਲ ਵਾਲੇ ਲੋਕਾਂ ਨਾਲ ਜਾ ਕੇ ਬਹਿੰਦਾ ਹੈ। ਬਸੀਰਤ ਔਰ ਨੂਰ ਵਾਲਿਆਂ ਨਾਲ ਜਾ ਕੇ ਬਹਿੰਦਾ ਹੈ। ਇਹ ਅੰਦਰ ਇੱਕ ਤਬਦੀਲੀ ਹੁੰਦੀ ਹੈ ਕਿ ਇਨਸਾਨ ਮਰਦ ਦੇ ਅੰਦਰ ਹੀ ਜਿਹੜਾ ਬੱਚਾ ਹੁੰਦਾ ਨਾ, ਤਬਦੀਲੀ ਆ ਉਹੀ ਪੈਦਾਇਸ਼ ਹੈ ਇਨਸਾਨ ਦੀ। ਅਸਲ ਪੈਦਾਇਸ਼ ਹੈ ਹੀ ਉਹੀ ਹੈ ਜਿਹੜਾ ਆਪਣੇ ਆਪ ਨੂੰ ਬਦਲ ਲੇ, ਤਬਦੀਲ ਕਰ ਲੇ ਖੁਦਾ ਦੀ ਰਜ਼ਾ ਦੀ ਖਾਤਰ, ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਰਜ਼ਾ ਔਰ ਤਾਲੀਮ ਦੀ ਖਾਤਰ। ਅਗਰ ਆਪਣੇ ਅੰਦਰ ਤਬਦੀਲੀ ਨਹੀਂ ਕਰਨੀ ਤੇ ਫਿਰ ਖੱਬੇ ਪਾਸੇ ਜਾਣ ਤੋਂ ਮੈਂ ਤਾਂ ਨਹੀਂ ਰੋਕ ਸਕਦਾ। ਫਿਰ ਤਾਂ ਮੁਕੱਦਰ ਹੈ, ਉਹਨੇ ਲੈ ਕੇ ਜਾਣਾ ਹੀ ਜਾਣਾ, ਖੱਬੇ ਹੀ ਲੱਗਣਾ ਜੇ। ਸੁਣ ਲਿਆ ਜੇ ਯਾਰ ਜਦੋਂ ਜ਼ਿਹਨੀ ਇਸਤਿਦਾਦ ਇੱਥੋਂ ਤੱਕ ਪਹੁੰਚ, ਅੱਲਾ ਦੀ ਕਸਮ ਉਸ ਤੋਂ ਅੱਗੇ ਕੁਝ ਵੀ ਨਹੀਂ ਜੇ। ਹਾਂਜੀ
ਉਸਤਾਦ ਮੋਹਤਰਮ ਇਹਨਾਂ ਨੂੰ ਤੇ ਮੰਨ ਵੀ ਰੱਖਣ ਦੀ ਕੋਈ ਲੋੜ ਕਰ ਆਓ शाह साहब शरीयत तो एक चीज़ है साडा दीन इस्लाम सच है हक है ठीक है लेकिन मैं कहना वा कि दुनियावी तौर ते इन्हें साइंस दी भी अमी मारती हैगी है गल करके ਆਹੋ ਜੀ ਉਹ ਅਸਲ ਚ ਰੋਲਾ ਕੀ ਸੀ ਕਿ ਮਿਰਜ਼ੇ ਨੇ ਲਿਖ ਛੜਿਆ ਕਿਤਾਬ ਚ ਤੇ ਉਹਨੂੰ ਹੁਣ ਕਿਸੇ ਤਰੀਕੇ ਨਾਲ ਕਰਨਾ ਸੱਚਾ। ਕਾਦੀਆਨੀ ਥਿਊਰੀ ਇਹ ਵੇ ਕਿ ਮਿਰਜ਼ੇ ਨੇ ਜੋ ਕੁਝ ਵੀ ਲਿਖ ਛੜਿਆ ਨਾ ਉਹਨੂੰ ਕਿਸੇ ਤਰੀਕੇ ਜਾਂ ਤੇ ਗੱਪਾਂ ਮਾਰ ਕੇ ਉਹਨੂੰ ਸੱਚਾ ਸਾਬਤ ਕਰੋ ਜਾਂ ਕੁਝ ਬਣਾ ਲਵੋ, ਕੋਈ ਕਹਾਣੀ ਕੂਣੀ ਬਣਾ ਕੇ ਨਾ ਪੇਸ਼ ਕਰੋ ਕੁਝ ਨਾ ਕੁਝ। ਹੁਣ ਕਿਉਂਕਿ ਮਿਰਜ਼ਾ ਨੇ ਤੇ ਲਿਖ ਛੜਿਆ ਉਹ ਭੁਗਤਣੀ ਸਾਨੂੰ ਹੀ ਪੈਣੀ ਹੈ ਤੇ ਕਹਾਣੀਆਂ ਤੋਂ ਇਲਾਵਾ ਤੇ ਨਹੀਂ ਨਾ ਫਿਰ। ਅੱਛਾ ਇਹ ਜਿਹੜਾ FIA ਦਾ ਆਪਣਾ ਕਹਿ ਰਿਹਾ ਸੀ ਰਾਣਾ ਜੰਜੂਆ, ਤੇ ਮੇਰਾ FIA ਦਾ ਅਫੀਸਰ ਮੇਰਾ ਦੋਸਤ ਹੈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਕੋਈ ਰਿਕਾਰਡ ਕੋਈ ਇਹ ਮੌਜੂਦਾ ਤੁਹਾਡੇ ਇਸ ਨਾਮ ਦਾ ਕੋਈ ਬੰਦਾ ਹੋਏ ਜਾਂ ਕੋਈ 2-4 ਸਾਲ ਪਹਿਲੇ ਕੋਈ ਵੇਖ ਰਿਕਾਰਡ ਕਰਕੇ ਦੱਸ ਸਕਣਾ। ਉਹਨੇ ਕਿਹਾ ਮੈਨੂੰ ਟਾਈਮ ਉਹਨੇ ਮੰਗਿਆ ਤੇ ਮੈਂ ਕਿਹਾ ਠੀਕ ਹੈ। ਅਗਲੇ ਦਿਨ ਉਹਨੇ ਕਿਹਾ ਨਾ ਸ਼ਾਹ ਜੀ ਕੋਈ ਨਾ, ਇਹ ਗੱਪ ਮਾਰਦਾ ਜੇ ਪਿਆ। ਗੱਪੀਏ ਨੇ, ਅੱਲਾ ਦੀ ਕਸਮੇ ਗੱਪੀਏ ਜੇ, ਕੁਝ ਵੀ ਨਹੀਂ ਇਹਨਾਂ ਦੀ ਹਕੀਕਤ ਕੋਈ ਨਹੀਂ ਹੈ। ਤੁਸੀਂ ਫੜ ਨਹੀਂ ਸਕਦੇ ਕਾਦੀਆਨੀ ਨੂੰ, ਉਹਨੇ ਪੈਰਾਂ ਦੇ ਮਿੱਟੀ ਪੈਣ ਹੀ ਨਹੀਂ ਦੇਣੀ। ਇਸ ਗੱਲੋਂ ਇਹ ਮਿਰਜ਼ੇ ਕਾਦੀਆਨੀ ਦੀ ਕਿਤਾਬਾਂ ਦੀ ਤਰਫ ਨਹੀਂ ਹੁੰਦੇ। ਇਹ ਆਂਦੇ ਨੇ ਇਹਨਾਂ ਨੂੰ ਕਿਸੇ ਹੋਰ ਤਰਫ ਟੋਰ ਕੇ ਰੱਖੋ। ਜੇ ਮਿਰਜ਼ੇ ਦੀਆਂ ਕਿਤਾਬਾਂ ਦੀ ਤਰਫ ਇਹ ਕੌਮ ਆ ਗਈ ਨਾ ਤੇ ਭੁਗਤਣੀ ਮੁਸ਼ਕਲ ਹੋ ਜਾਣੀ ਹੈ। ਕੀ ਜਵਾਬ ਦਿਆਂਗੇ ਮਿਰਜ਼ੇ ਦੀਆਂ ਗਲਾਸਾਂ ਦਾ? ਸਮਝੇ ਕਿ ਨਹੀਂ ਸਮਝੇ ਕੁਝ? आमिर खान भैया जी अमार खान साहब। सलाम वालेकुम मुफ्ती साहब। वालेकुम सलाम। मुफ्ती साहब कैसे? ठीक है जी अल्हम्दुलिल्लाह। मुफ्ती साहब आपसे एक रिक्वेस्ट है, आप रोजाना लाइव आया करें और वीडियो लगा के आया करें। मैं तो रोजाना होता हूँ लाइव खान साहब। कल मैंने आपको देखा, आप नहीं थे, वो इधर मैं काम करता हूँ, मेरे साथ एक 2 लड़के भी। आपने फिर मुझे ना फॉलो नहीं किया होगा, अगर फॉलो कर लेंगे ना। मैंने आपको फॉलो किया है, लेकिन फिर मैंने देखा इधर मैं जिधर काम करता हूँ इधर 2 लड़के भी वो कहते कि मुफ्ती साहब लाइव आए। मैंने कहा नहीं आज तो मैंने नहीं देखा उनको। मेरा ऐसा कोई एक दिन भी नहीं गुजरिया कि जिदन दा मैं टिकटॉक ते आया वहां एक दिन भी शायद मैं मिस नहीं किया। हत्ता कि मैं सफर दे विच सां, मदीना शरीफों आया वां जदों ते फ्लाइट तो जदों मेरी उतरी है ते आंदे घर आया वां ते आंदे मैं लाइव आया ते इन्नी भी स्पेस नहीं मैं दिती। जी जी मुफ्ती साहब, वो शायद भाई के लाइव पर आप थे, मैंने उधर आपसे बात करनी चाहिए लेकिन उन्होंने कहा कि हम और नहीं लेते ऊपर क्योंकि मौजू खराब हो जाता। मैंने ठीक है। मुफ्ती साहब ये जहीर अहमद नीचे पता नहीं बात क्या हो रही है, पागल लिख क्या रहा है? ओ पागल आदमी, छोड़ दें उसको। ये मेरी बात सुन ले मुफ्ती साहब, ये इसका भी दावा आने वाला है, बहुत बड़ा दावा करने वाले हैं कुछ सालों में, क्योंकि जब ये दावे तभी आदमी करते जब मुतमईन भी हो और बेगैरत भी हो, ये दोनों ही है। ये करेगा दावा बहुत बड़ा। मेरे को ना साबका जड़े मेरे कोई 10 साल 15 साल पुराने कुछ मुनाजरे फोल्डर अजे हुण मेरी नज़र पई है ते मैं कोशिश करांगा वो पुराने ना तुहानूं कोई चीज़ां कदी कदी कोई लाइव सुनावा करां ते चलो ਉਹਦੇ ਚ ਕੋਈ ਫਾਇਦਾ ਹੀ ਹੋ ਜਾਂਦਾ, ਕੋਈ ਗੱਲ ਚੰਗੀ ਲੱਭ ਹੀ ਜਾਂਦੀ ਹੈ ਨਾ। दसो लाइफ का वाकया कि तुहाडी लाइफ च कदों तुहानूं मतलब होया कि भाई इन्हां नूं फड़ना है, इन्हां दे उत्ते काम करना, पहला कोई वाकया तुहाडी लाइफ दा? हाँ जी, मैं काशी भाई कही नहीं दसिया वे कि एक तो गल है होंदी है कि अल्लाह पाक दी कुछ मशीयत है एक कि अल्लाह पाक तुहाडे कोल जिहड़ा काम लेना हुंदा ना किसी इंसान कोलों भी ਉਹਨੂੰ ਉਧਰ ਉਹਦੀ ਤਵੱਜੋ ਲਾ ਦਿੰਦਾ। ਇਹ ਅੱਲਾ ਦੇ ਕੰਮ ਨੇ। ਹੋਇਆ ਇੰਜ ਸੀ ਕਿ ਪਾਲ ਟਾਕ ਦੇ ਉੱਤੇ ਐਵੇਂ ਸ਼ੋਕੋ ਸ਼ੋਕੀ ਨਾ ਨਵੀਂ ਇੱਕ ਚੀਜ਼ ਆਈ ਸੀ ਪਾਕਿਸਤਾਨ 'ਚ ਤੇ ਉਹ ਪਤਾ ਚੱਲਿਆ ਜੀ ਪਾਲ ਟਾਕ ਦੇ ਉੱਤੇ ਨਾ ਗੁਫ਼ਤਗੂ ਹੁੰਦੀ ਏ ਤੇ ਉਹ ਨਾ ਸੀ ਬਣਾਇਆ, ਅਕਾਊਂਟ ਬਣਾਇਆ
ਤੇ ਉਹ ਜਾਂਚ ਤੇ ਹੈ ਕੋਈ ਨਹੀਂ ਸੀ, ਐਵੇਂ ਬਸ ਫਿਰ ਪੰਗੇ ਪੁੰਗੇ ਲੈਣੇ ਇੱਧਰ ਉੱਧਰ। ਨਾਲੇ ਨਵਾਂ ਸੀ ਕੰਪਿਊਟਰ, ਹਰ ਚੀਜ਼ ਨਵੀਂ ਸੀ, ਇਹ ਡਿਵਾਈਸਿਸ ਨਵੀਆਂ ਆਈਆਂ ਸਨ, ਉਹਨਾਂ ਦਾ ਹਿਸਾਬ ਕਿਤਾਬ ਨਹੀਂ ਸੀ ਹੈ। ਤੇ ਬਹਰਹਾਲ ਉਹ ਇੱਕ ਲੰਬੀ ਇੱਕ ਸਟੋਰੀ ਹੈ, ਬੜੇ ਠੋਕਰਾਂ ਖਾਧੀਆਂ। ਤੇ ਉਹ ਫਿਰ ਇੱਕ ਗਰੁੱਪ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਅਬਦੁਲ ਕਾਦਰ ਜਿਹਨੇ ਇਸਲਾਮ ਕਬੂਲ ਕੀਤਾ ਹੈ, ਇਹ ਪਹਿਲਾ ਦੁਨੀਆ ਦਾ ਕਾਦੀਆਨੀ ਹੈ ਜਿਹਦੇ ਨਾਲ ਮੇਰੀ ਪਹਿਲੀ ਵਾਰੀ ਡਿਬੇਟ ਹੋਈ ਤੇ ਪਹਿਲੀ ਯਾਰੀ ਉੱਥੋਂ ਕੰਮ ਅੱਗੇ ਸ਼ੁਰੂ ਹੋਇਆ। ਸੰਗੇ ਬੁਨਿਆਦ ਜਿਹੜਾ ਨਾ ਇਸ ਅਬਦੁਲ ਕਾਦਰ ਤੋਂ ਬਣਿਆ, ਜਿਹਨੇ ਹੁਣ ਈਮਾਨ ਵੀ ਲਾਇਆ ਤੇ ਮੈਂ ਉਹਨੂੰ ਬੈਅਤ ਵੀ ਕੀਤਾ ਹੈ। ਔਰ ਸਮਝ ਲਓ ਕਿ ਮੇਰਾ ਇੱਕ ਹੀ ਦੁਨੀਆ 'ਚ ਮੁਰੀਦ ਹੈ ਤੇ ਉਹ ਇਹ ਹੋਈ ਹੈ ਹਜੇ ਤੱਕ। ਤੇ ਇਹ ਵੇ ਅਸਲ 'ਚ ਸਾਰੀ ਕਹਾਣੀ। ਤੇ ਅੱਛਾ ਫਿਰ ਐਸੇ ਅਬਦੁਲ ਕਾਦਰ ਨਾਲ 25 ਸਾਲ ਤੋਂ ਮੇਰੀ ਡਿਬੇਟ ਜਾਰੀ ਹੈ। ਹਾਂ, ਏਡਾ ਲੰਬਾ ਵਾਸਤਾ ਹੈ ਮੇਰਾ ਇਹਦੇ ਨਾਲ। ਇਹ ਹੁਣ ਜਾ ਕੇ ਇਹ ਕੋਈ ਮਹੀਨਾ ਡੇਢ ਹੋਇਆ ਜੇ ਉਹਨੇ ਇਸਲਾਮ ਵੀ ਕਬੂਲ ਕੀਤਾ, ਲਾਨਤ ਵੀ ਮਿਰਜ਼ੇ ਤੇ ਪਾਈ ਸੂ, ਤੇ ਉਹਨੂੰ ਫਿਰ ਮੈਂ ਬੈਅਤ ਵੀ ਕੀਤਾ ਜੀ। माशाल्लाह उस्ताद मोहतरम, अल्लाह पाक का साया हमारे सरों पे सलामत रखे। आपने बहुत अपनी ज़िंदगी का आधे से ज़्यादा हिस्सा इस काम को दिया। अल्लाह पाक आपको जज़ाए खैर अता फरमाए। आमीन। माशाल्लाह, बस आप जैसे उस्तादों की ज़रूरत है, हमें भी आपसे ही सीखा सब कुछ। हाँ, सिखोगे सिखदा होवे कि जिदा कूजा खाली होवे, ਜਿਹਦਾ ਕੂਜ਼ਾ ਜਿੰਨੇ ਪਹਿਲੇ ਕੂਜ਼ਾ ਭਰਿਆ ਲੈ ਕੇ ਆਣਾ ਹੈ, ਉਹ ਫਿਰ ਜਿਹੜੀ ਵੀ ਚੀਜ਼ ਉਹਦੇ ਚ ਪੈਣੀ ਉਹ ਡੁੱਲ ਜਾਣੀ ਹੈ, ਬਾਹਰ ਡੁੱਲ ਜਾਣੀ ਹੈ। ਉਹ ਤੇ ਕਿਉਂਕਿ ਪਹਿਲੇ ਹੀ ਭਰਿਆ ਉਹਦਾ ਕੂਜ਼ਾ। ਤੇ ਜਦੋਂ ਜ਼ਾਨੂਏ ਤਲਮੀਜ਼ ਤੈਅ ਕਰੀਏ ਤੇ ਉਦੋਂ ਫਿਰ ਉਸਤਾਦਾਂ ਦੇ ਕੋਲ ਕੂਜ਼ੇ ਖਾਲੀ ਲੈ ਕੇ ਜਾਈਦੇ ਨੇ। ਤੇ ਨਾਲੇ ਉਸਤਾਦੀ ਸ਼ਾਗਿਰਦੀ ਦੇ ਵਿੱਚ ਇਹ ਵੀ ਹੁੰਦਾ ਹੈ, ਕਦੀ ਨਾ ਆਪਣੇ ਉਸਤਾਦ ਦੇ ਸਾਹਮਣੇ ਕਹੋ ਇਹ ਤੇ ਮੈਨੂੰ ਪਤਾ ਹੈ, ਇਹਦਾ ਮੈਨੂੰ ਪਤਾ ਸੀ, ਪਹਿਲੇ ਹੀ ਪਤਾ ਸੀ, ਕਦੀ ਵੀ ਨਹੀਂ। ਬੇਸ਼ੱਕ ਉਸਤਾਦ ਮਤਲਬ ਇਹਦਾ ਤਾਂ ਮੈਨੂੰ ਪਤਾ ਸੀ, ਪਹਿਲੇ ਹੀ ਪਤਾ ਸੀ। ਤੇ ਉਹ ਫਿਰ ਨਾ ਉੱਥੇ ਫਿਰ ਕੰਮ ਖਰਾਬ ਹੋ ਜਾਂਦਾ, ਉੱਥੇ ਫਿਰ ਉਹ ਜਿਹੜਾ ਇਲਮ ਦਾ ਇੱਕ ਰਬਤ ਹੁੰਦਾ ਮੁਨਕਤਾ ਹੋ ਜਾਂਦਾ ਉੱਥੇ। ਸ਼ਾਹ ਸਾਹਿਬ ਵੈਸੇ ਮੈਂ ਜੀ ਉਸਤਾਦ ਹੁੰਦਾ, ਮੇਰੇ ਕੋਲ ਬੰਦਾ ਆ ਕੇ ਨਾ ਕਹਿੰਦਾ ਨਾ ਇਲਮ ਲੈ ਕੇ ਤੇ ਗੱਲ 'ਚ ਕਹਿੰਦਾ ਮੈਨੂੰ ਪਤਾ, ਤੇ ਮੈਂ ਅੱਗੋਂ ਪਤਾ ਕੀ ਕਹਿਣਾ ਸੀ ਉਹਨੂੰ ਵੀ ਇੱਥੇ ਅੰਬ ਲੈਣ ਨੂੰ ਆਇਆ। ਜੀ ਸਹੀ ਹੈ, ਬੜੇ ਬੜੇ ਨਾਮ ਨੇ। ਤੇ ਕਦੀ ਇੰਝ ਹੁੰਦਾ ਸੀ, ਯਕੀਨ ਮੰਨਿਓ ਕਿ ਮੁੰਡੇ ਬੜੇ ਬੜੇ ਨਾਮ ਨੇ, ਨਾਮ ਨਹੀਂ ਮੈਂ ਲਵਾਂਗਾ, ਤੇ ਯਕੀਨ ਜਾਨੋ ਉਹਨਾਂ ਨੇ ਫੇਸਬੁੱਕ ਤੇ ਆ ਕੇ ਨਾ ਐਵੇਂ ਇੱਧਰ ਉੱਧਰ ਦੀਆਂ ਪੋਸਟਾਂ ਕਰਨੀਆਂ ਐਵੇਂ ਕੁੜੀਆਂ ਮੁੰਡਿਆਂ ਵਾਲੀਆਂ, ਜੋ ਹੁੰਦਾ ਹੈ ਨਾ, ਨਵਾਂ ਸੀ ਫੇਸਬੁੱਕ ਉਦੋਂ ਆਇਆ ਮਾਰਕੀਟ 'ਚ, ਤੇ ਇੱਧਰ ਉੱਧਰ ਦੇ। ਲੇਕਿਨ ਸਾਡਾ ਕਾਦੀਆਨੀ ਮੁਨਾਜ਼ਰਾ ਗਰੁੱਪ ਮੈਂ ਬਣਾਇਆ, ਦੁਨੀਆ ਦਾ ਪਹਿਲਾ ਗਰੁੱਪ ਸੀ ਖਤਮੇ ਨਬੂਵਤ ਦੇ ਉੱਤੇ, ਤੇ ਉਹ ਆਜਿਜ਼ ਨਹੀਂ ਬਣਾਇਆ ਸੀ। ਤੇ ਉੱਥੇ ਮੈਂ ਵੇਖਿਆ ਕਿ ਇੱਕ ਦੋ ਜਗ੍ਹਾ ਉਹਨਾਂ ਦੇ ਵਿੱਚ ਮੈਂ ਵੇਖਿਆ ਹਿਸਾਬ ਕਿਤਾਬ ਕਿ ਇਹ ਬੰਦੇ ਦੇ ਵਿੱਚ ਕੁਆਲਿਟੀ ਹੈ ਵੇ, ਇਲਮ ਹੈ ਵੇ, ਇਹਦੇ 'ਚ ਇਹ ਕੁਝ ਕਰ ਸਕਦਾ। ਯਕੀਨ ਮੰਨੋ ਉਹਨਾਂ ਦਾ ਫਿਰ ਜ਼ੇਨ ਬਣਾਇਆ, ਉਹਨਾਂ ਨੂੰ ਨਾਲ ਰੱਖਿਆ, ਤੇ ਅੱਜ ਉਹ ਬੜੇ ਵੱਡੇ ਬਣੇ ਨੇ, ਬੜੇ ਵੱਡੇ ਮਾਸ਼ਾਅੱਲਾ। ਤੇ ਬੜੀਆਂ ਜਿਹੜੀਆਂ ਨੇ ਨਾ ਮਿਹਨਤਾਂ ਹੋਈਆਂ ਨੇ, ਐਵੇਂ ਨਹੀਂ, ਇਹਦੀਆਂ ਬੁਨਿਆਦਾਂ ਬੜੀਆਂ ਪੁਰਾਣੀ ਕਹਾਣੀ। ਬਿਲਕੁਲ ਭਾਈ, ਉਹ ਰਾਤੀ ਮੈਂ ਤੇ ਸੋ ਗਿਆ ਸੀ, ਉਹ ਬੰਦਾ ਜਿਹੜਾ ਸੀ ਉਹ ਸਰਦਾਰ ਕਹਿੰਦਾ ਸੀ ਮੈਂ ਮੁਸਲਿਮ ਹੈਗਾ, ਮੁਸਲਮਾਨ ਹੈਗਾ, ਤੇ ਉਹ ਬਾਬਿਆਂ ਤੇ ਸਵਾਲ, ਉਹ ਕੀ ਬਣਿਆ ਫਿਰ ਉਹਦਾ? ਉਹ ਕਾਸ਼ੀ ਭਾਈ ਅਸਲ 'ਚ ਨਾ ਨਿਊ ਮੁਸਲਿਮ ਹੈ, ਉਹ ਪਹਿਲੇ ਸਿੱਖ ਸੀ, ਤੇ ਉਹ ਬਾਰ-ਬਾਰ ਇਹੀ ਕਹੇ ਵੀ ਮੈਂ ਕੋਈ ਗਲਤ ਨਹੀਂ ਕਹਿ ਰਿਹਾ, ਮੈਨੂੰ ਮਾਫ ਕਰ ਦਿਆ ਜੇ ਮੈਂ ਕੋਈ ਗਲਤ ਕਹਿ ਰਿਹਾ। ਤੇ ਉਸ ਨੂੰ ਅਸੀਂ ਸਮਝਾਇਆ, ਜ਼ਿਆ ਭਾਈ ਵੀ ਆ ਗਏ ਸੀ, ਤੇ ਜ਼ਿਆ ਭਾਈ ਨੇ ਵੀ ਉਹਨੂੰ ਸਾਰਾ ਜਿਹੜਾ ਨਾ ਦੱਸਿਆ, ਤੇ ਉਹ ਕਹਿੰਦਾ ਇਨਸ਼ਾਅੱਲਾ ਮੈਂ ਤੁਹਾਡੇ ਨਾਲ ਰਾਬਤੇ 'ਚ ਹੀ ਰਹਾਂਗਾ। ਫਿਰ ਅਸੀਂ ਉਹਨੂੰ ਕਾਦੀਆਨੀਆਂ ਦੇ ਬਾਰੇ 'ਚ ਵੀ ਦੱਸਿਆ ਕਿ ਅਹਿਮਦੀ ਮੁਸਲਮਾਨ ਆਪਣੇ ਆਪ ਨੂੰ ਕਹਿਣਗੇ, ਕਾਦੀਆਨੀ ਮਰਜ਼ਈ ਨੇ, ਤੇ ਉਹਨਾਂ ਦੇ ਬਾਰੇ 'ਚ ਵੀ ਅਸੀਂ ਦੱਸਿਆ ਉਹਨੂੰ। ਤੇ ਉਹ ਕਹਿੰਦਾ ਯਾਰ ਮੈਨੂੰ ਅਜੇ ਇੰਨਾ ਪਤਾ ਨਹੀਂ ਹੈ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ, ਲੇਕਿਨ ਇਹ ਕਿ ਮੈਂ ਸੁਣਿਆ ਹੈ ਕਾਦੀਆਨੀਆਂ ਦੇ ਬਾਰੇ 'ਚ ਥੋੜ੍ਹਾ ਬਹੁਤ। ਤੇ ਉਹ ਬਾਕੀ ਕਹਿੰਦਾ ਕਿ ਚਲੋ ਇਨਸ਼ਾਅੱਲਾ ਮੈਂ ਤੁਹਾਡੇ ਨਾਲ ਰਾਬਤੇ 'ਚ ਰਹਾਂਗਾ, ਤੁਹਾਨੂੰ ਸੁਣਾਂਗਾ ਰੋਜ਼।
صحیح چلیں اللہ پاک ਕਹਿੰਦਾ ਮੈਨੂੰ ਮਾਫ ਕਰ ਦਿਆ, ਮੈਂ ਜੇ ਕੁਝ ਗਲਤ ਕਹਿ ਬੈਠਾ ਕਿਉਂਕਿ ਮੈਂ ਨਿਊ ਮੁਸਲਿਮ ਹਾਂ ਤੇ ਮੈਨੂੰ ਇਤਨਾ ਪਤਾ ਨਹੀਂ ਹੈ ਜੇ। ਤੇ ਜ਼ਿਆ ਭਾਈ ਕਹਿੰਦੇ ਨੇ ਨਹੀਂ ਕੋਈ ਮਸਲਾ ਨਹੀਂ, ਤੂੰ ਪੁੱਛੇਗਾ ਜਾਂ ਗੱਲ ਕਰੇਗਾ ਤੇ ਪਤਾ ਲੱਗੇਗਾ ਨਾ। ਯਾਰ ਕੋਈ ਬੰਦੇ ਤਾੜਿਆ ਕਰੋ ਯਾਰ ਬਹਿ ਕੇ, ਤੇ ਕਿਧਰੋਂ ਕੋਈ ਬੰਦਾ ਲੱਭ ਜੇ ਤੇ ਮੈਨੂੰ ਫਿਰ ਪਰਸਨਲ ਚ ਨਾ ਉਹਦੇ ਨਾਲ ਟਾਈਮ ਟੂਮ ਤੈਅ ਕਰ ਲਈਦਾ ਹੁੰਦਾ ਹੈ, ਤਰੀਕਾ ਘਰ ਆਇਆ ਹੁੰਦਾ ਹੈ। ਉਹ ਕੋਈ ਯਾਰ ਫਲਾਂ ਟਾਈਮ ਤੇ ਤੂੰ ਫਲਾਂ ਮੁਫਤੀ ਮੁਬਸ਼ਰ ਦੀ ਬਰਾੜ ਤੇ ਆ ਸਕਣਾ ਹੈ ਕਿ ਨਹੀਂ, ਤੇ ਉਹ ਫਿਰ ਮੈਨੂੰ ਤੁਸੀਂ ਦੱਸਿਆ ਕਰੋ। ਤੇ ਫਿਰ ਉਦੋਂ ਫਿਰ ਬੰਦਾ ਲਾਈਵ ਹੋ ਜਾਂਦਾ, ਡਿਬੇਟ ਕਰਦਾ ਯਾਰ। ਕੋਈ ਸਾਨੂੰ ਕੋਈ ਬੰਦੇ ਲੱਭ ਕੇ ਦਿਆ ਕਰੋ ਯਾਰ, ਕੋਈ ਇੱਕ ਅੱਧਾ ਤੇ ਪੂਰੇ ਦਿਨ ਚ ਹੋਣਾ ਚਾਹੀਦਾ ਹੈ ਕਿ ਨਹੀਂ। ਪੂਰੇ ਦਿਨ ਚ ਇੱਕ ਅੱਧਾ ਵੀ ਲੱਭ ਜੇ ਬੜਾ ਹੈ, ਬਸ ਹਿਸਾਬ ਤਾਂ ਪੂਰਾ ਹੋ ਜਾਂਦਾ। ਸ਼ਿਕਾਰ ਲੱਭਣਾ ਚਾਹੀਦਾ। ਆਹੋ, ਇੱਕ ਸ਼ਿਕਾਰ ਵੀ ਲੱਭ ਜਾਏ ਨਾ ਤੇ ਉਹ ਦਾੜ ਗਿੱਲੀ ਹੋ ਜਾਂਦੀ ਹੈ। ਜੇ ਇੱਕ ਵੀ ਨਾ ਲੱਭੇ ਤੇ ਉਹ ਫਿਰ ਪੂਰਾ ਦਿਨ ਹੀ ਸਾਡਾ ਬੇਕਾਰ ਜਿਹਾ ਹੀ ਜਾਂਦਾ। ਇਨਸ਼ਾਅੱਲਾ ਉਸਤਾਦ ਮੁਹਤਰਮ। ਹਾਂ, ਤੇ ਕੋਈ ਸਾਡੇ ਆਸੇ ਵੀ ਕੋਈ ਨਾ ਚੌਂਦਾ ਸ਼ਿਕਾਰ ਰੱਖਿਆ ਕਰੋ ਤੇ ਟਾਈਮ ਸੈਟਰ ਕਰ ਲਈਦਾ ਹੁੰਦਾ, ਉਹਨੂੰ ਕੋਈ ਪੱਟੂ ਛੱਟੂ ਪਾਓ ਇੱਧਰ ਉੱਧਰ ਕਰਕੇ। ਹਾਂਜੀ, ਸਮਝ ਆਈ ਕਿ ਨਹੀਂ? ਤੇ ਠੀਕ ਹੋ ਗਿਆ ਸਰ। ਇਹਨੂੰ ਹੁੰਦਾ ਕਿ ਕਬੂਤਰ ਵਾਸਤੇ ਦਾਣਾ ਸੁੱਟੀ ਦਾ ਇੰਜ ਕਰਕੇ, ਸਮਝੇ कि नहीं? दाना सुट्टी दा होंदा है। मुफ्ती साहब मेरा एक छोटा सा सवाल था आपसे। जी जी जी, आप तो बड़े बहुत उम्र से आप जो है ना इनके साथ ही कादियानियों के साथ मुनाजरा कर रहे जी, और ये रोजाना के बेसिस पर मुसलमानों से जलील भी होते हैं, एक्सपोज भी होते हैं। तो मेरा सवाल ये था कि क्या ये अभी तक गफलत में है, इनको पता नहीं है, या इनका दिल बस अबू जहल की तरह हो चुका है कि बस नहीं, बात तो इनकी सच है लेकिन अगर हम मान गए तो ये सब कुछ तो चला जाएगा जो हमें जमात की तरफ से इज्जत मिलती है, ये मिलती है, वो मिलती है, या ये भी तो गफलत में है, या फिर ये अल्लाह पाक के मामलात हैं, मशीयत इलाही है कुछ ऐसी कि ऐसे ही होना है। अल्लाह के इल्म में नहीं है क्या? ये तो आप जानते ही हैं ना, अल्लाह के इल्म में जो कुछ भी हो रहा है, खैर और शर का खालिक तो अल्लाह ही है ना जी, और तो नहीं है। तो भाई ये तो बस ये है कि ये तकदीर से ताल्लुक रखती हैं और तकदीर के ऊपर हम ज्यादा गुफ्तगू नहीं कर सकते, हमें मना किया गया जी। नबी आलम सल्लल्लाहु अलैहि वसल्लम ने सहाबा कराम को मना कर दिया था जब वो तकदीर के मसले पर गुफ्तगू कर रहे थे, कहा नहीं इसके ऊपर ज्यादा गुफ्तगू नहीं करनी। हाँ, नेकी हो जाए तो उसको फिर अल्लाह की तरफ डाल दो कि ये अल्लाह की तरफ से हुई है। अगर कोई बदी हो तो उसको नफ्स की तरफ या शैतान की तरफ मंसूब करो और तौबा और इस्तिगफार करो, बस। तकदीर के मसले पर ज्यादा नहीं फिर गुफ्तगू करते। तो बहरहाल ये मशीयत इलाही है, तो ये होना ही होना है, ऐसे ही है। शुक्रिया। आप खुद अंदाजा करें कि नाम तो एक कादियानी बैठा हुआ है, मैं कहूँगा कि जरा काल ध्यान है। हजूर अलैहिस्सलाम के दौर मुबारक में ही आप देख लें, क्या वो मुसैलमा कज़्ज़ाब और उसके इतना बड़ा लश्कर उसने तैयार कर लिया था, तो आप क्या समझते हैं भाई? वो भी कलमा गो थे, वो भी कुरान पढ़ते थे, हदीस पढ़ते थे, दाढ़ियां रखी थी, पग्गे बांधी थी, मस्जिदें तक उन्होंने बनाई थी यार, सब कुछ ये मुसलमानों वाला था। हाँ, तो उसको भी तो मानते ही थे लोग। हालांकि हजूर अलैहिस्सलातु वस्सलाम तशरीफ फरमाते बाहयात, फिर भी मानते थे उसको लोग। जी जी मुफ्ती साहब, वो यमामा में उनका लश्कर बड़ा था मुसलमानों से। हाँ, बहुत बड़ा लश्कर था ना, और इस्लाम की सबसे बड़ी जंग यमामा में हुई है। बिल्कुल, सबसे बड़ी जंगे ओहद हुई, बदर हुई, गजवात हुए, बड़ा कुछ हुआ, लेकिन सबसे ज्यादा जो शहादतें हुई है ना, और सबसे बड़ी जो जंग हुई है वो यमामा की हुई है, खत्म नबूवत के नाम पे हुई है। बिल्कुल, तलवार से फैसले हुए, तलवार से। हाँ, कोई तबलीग नहीं, कोई मुनाजरे नहीं, कोई मुकालमे नहीं, कहा तलवार से फैसला होगा, गर्दन कटेगी तुम्हारी। और मुफ्ती साहब, सॉरी आपकी बात मैंने काट दी। ये कादियानी पूछते अगर
रसूलुल्लाह सल्लल्लाहु अलैहि वसल्लम ये समझते कि वो भी कज़्ज़ाब है, तो अपनी ज़िंदगी में उसके खिलाफ उन्होंने लश्कर क्यों तैयार नहीं किया, उसके खिलाफ निकले क्यों नहीं? तो हमारे पास इस चीज़ का जवाब नहीं होता मुफ्ती साहब, अगर आप इसकी वजाहत कर देते। हाँ, यहाँ तो ये कहो ना कि जो फैसला अबू बकर सिद्दीक ने किया वो गलत किया, कहो ये क्यों नहीं कहते? जी हाँ, फिर कहो ना, फिर तो ये सब कुछ दुनिया के सामने आ जाएगा ना कि ये देख लो खुलफाए अरबा को ये लोग नहीं मानते, उनके फैसलों को तस्लीम नहीं करते ये लोग। हाँ, खुल के खेलो हमारे साथ, ऐसे नहीं। बस ऐसा ही है। चलो यार तुसी तशरीफ रखो, फिर मैं फिर हुन चला वा। ठीक है जी उस्ताद मोहतरम, बहुत शुक्रिया। साहिबान बहुत शुक्रिया जी। अस्सलाम वालेकुम व रहमतुल्लाहि व बरकातहू। वालेकुम अस्सलाम, शुक्रिया मुफ्ती साहब। वालेकुम अस्सलाम व रहमतुल्लाहि व बरकातहू।